ਤੇ ਉਹ ਇੱਥੇ ਉਹਨਾਂ ਦੇ ਫਾਦਰ ਦਾ ਨਾਮ ਸੀ ਚੌਧਰੀ ਦਲੀਪ ਤੇ ਉਹਦੇ ਦੋ ਪੁੱਤਰ ਸਨ। ਵੱਡੇ ਦਾ ਨਾਮ ਸੀ ਦਾਨਾ, ਛੋਟੇ ਦਾ ਨਾਮ ਸੀ ਕਪੂਰਾ। ਤੇ ਉਹ ਚੌਧਰੀ ਦਲੀਪ ਨੇ ਫਿਰ ਜਾ ਕੇ ਅੰਮ੍ਰਿਤਸਰ ਭਾਈ ਮਨੀ ਸਿੰਘ, ਜਿਹੜਾ ਕਿ ਪਹਿਲਾ ਜਥੇਦਾਰ ਸੀਗਾ, ਹੈਡ ਗ੍ਰੰਥੀ ਆਫ ਗੋਲਡਨ ਟੈਂਪਲ, ਉਹਨਾਂ ਕੋਲ ਅੰਮ੍ਰਿਤ ਛਕਿਆ ਅੰਮ੍ਰਿਤਸਰ। ਨਾਲ ਹੀ ਫਿਰ ਆਪਣੇ ਪੁੱਤਰਾਂ ਨੂੰ ਅੰਮ੍ਰਿਤ ਛਕਾਇਆ ਤੇ ਉਹ ਬਣ ਗਏ ਦਲੀਪ ਸਿੰਘ, ਦਾਨ ਸਿੰਘ ਤੇ ਕਪੂਰ ਸਿੰਘ। ਇੱਕ ਰਾਤ ਨੂੰ ਅਸੀਂ ਘਰ ਸਾਂ ਬੈਠੇ ਕਾਲੋਕ, ਜਿੱਥੇ ਹੁਣ ਘਰ ਵੇਖ ਕੇ ਆਇਆ, ਸਾਨੂੰ ਕਿਸੇ ਨੇ ਖਬਰ ਦਿੱਤੀ ਵੀ ਅੱਜ ਰਾਤ ਨੂੰ ਹਮਲਾ ਹੋ ਜਾਣਾ। ਇਹ ਪਤਾ ਨਹੀਂ ਸੀ ਉਹ ਬੰਦੇ ਕੌਣ ਸਨ, ਪਿੰਡ ਦੇ ਤੇ ਨਹੀਂ ਸਨ, ਉਹ ਜਦੋਂ ਬਾਹਰ ਹੋਈ। ਤੇ ਇਹ ਨਿੱਕਾ ਘੁਮਿਆਰ ਤੇ ਯਾਦ ਹੈ ਮੈਂ ਸਰ ਚਰਾਗੇ ਗੁੱਸੇ, ਇਹ ਸਾਰੇ ਆਏ ਤੇ ਨਾ ਕਿਹਾ ਵੀ ਤੁਸੀਂ ਇੱਥੋਂ ਤੁਹਾਨੂੰ ਜਾਣਾ ਚਾਹੀਦਾ ਕਿਉਂਕਿ ਹਮਲਾ। ਮੇਰੀ ਮਦਰ ਬਿਮਾਰ ਸੀ। ਫਿਰ ਚਿਰਾਗਲਦੀਨ ਇਹਨਾਂ ਨੇ ਸਾਡੇ ਖੇਤ ਵਿੱਚ ਕਮਾਦ ਸੀਗਾ, ਉਹ ਚ ਵੱਢ ਕੇ ਇੱਕ ਏਰੀਆ ਖਾਲੀ ਕਰਕੇ ਉੱਥੇ ਟੈਂਟ ਲਾ ਕੇ ਮੇਰੇ ਫਾਦਰ ਤੇ ਮਦਰ ਉੱਥੇ ਰਹੇ। ਅਸੀਂ ਇੱਕ ਮੇਰੀ ਭੈਣ ਤੇ 3 ਭਰਾ, ਅਸੀਂ ਬਸ ਆਪਣੇ ਜਿਹੜੇ ਕੱਪੜੇ ਪਾਏ ਸੀ ਉਹ ਪਾ ਕੇ ਆਪਣੇ ਗੁਆਂਢੀਆਂ ਦੇ ਨਾਲ ਅਸੀਂ ਵੀ ਘਰ ਚੋਂ ਰਾਤ ਦੇ ਹਨੇਰੇ ਚ ਨਿਕਲ ਗਏ ਸੱਚੇ ਸੌਦੇ ਨੂੰ। ਘਰ ਦੇ ਵਿੱਚ ਕੁਝ ਨਹੀਂ ਚੱਕੀ, ਕੁਝ ਨਹੀਂ ਚੱਕਿਆ। ਜੇ ਉਹ ਕੱਪੜੇ ਪਾਏ ਨੇ ਕਿ ਪਾਕਿਸਤਾਨ ਵਿੱਚ ਇੱਥੇ ਆਓ, ਲੋਕੀ ਤੁਹਾਨੂੰ ਇੰਨਾ ਪਿਆਰ ਕਰਦੇ ਨੇ, ਇੰਨਾ ਤੁਸੀਂ ਮਹਿਸੂਸ ਕਰੋਗੇ ਵੀ ਅਸੀਂ ਜਿਸ ਤਰ੍ਹਾਂ ਆਪਣੇ ਘਰ ਪਹੁੰਚ ਗਏ ਦੁਬਾਰਾ। ਇਹੋ ਮੈਂ ਕਹਾਂਗਾ ਵੀ ਜਿਹਦਾ ਵੀ ਜੀ ਕਰਦਾ ਜੋ ਹੈ, ਇਸ ਤੋਂ ਪਹਿਲਾਂ ਤੁਸੀਂ ਇਸ ਧਰਤੀ ਤੋਂ ਸਤਿ ਸ੍ਰੀ ਅਕਾਲ ਕਹਿ ਕੇ ਤੇ ਸਮਾਨ ਨੂੰ ਪਹੁੰਚ ਜਾਓ, ਇੱਕ ਵਾਰ ਜ਼ਰੂਰ ਆਓ। ਮੈਂ ਤੁਹਾਡੇ ਸਾਹਮਣੇ ਮਿਸਾਲ ਹਾਂ। ਮੇਰੀ ਤਕਰੀਬਨ 9 ਸਾਲ ਦੀ ਫਿਰ ਜਗੀਰ ਭੇਜੀ ਅੰਮ੍ਰਿਤਸਰ, ਤੇ ਜਗੀਰ ਸੀਗੀ ਵੀ ਆਹ ਤੁਹਾਡੇ ਕੋਲ ਏਰੀਆ, ਇਹਦੇ 'ਚ ਤੁਸੀਂ ਰਹਿ ਸਕਦੇ ਹੋ। ਇੱਕ ਕੋਈ ਸ਼ਾਲ, ਇੱਕ ਕੋਈ ਸੋਨੇ ਦੇ ਕੜੇ, ਇੱਕ ਕਲਗੀ ਭੇਜੀ। ਉਹਨੂੰ ਸਿੱਖਾਂ ਦੇ ਉੱਥੇ ਸਰਬੱਤ ਖਾਲਸੇ ਦਾ ਕੰਪੀਟੀਸ਼ਨ ਇਕੱਠ ਹੋਇਆ ਵੀ ਅਸੀਂ ਇਹ ਮਨਜ਼ੂਰ ਕਰੀਏ ਕਿ ਨਾ ਕਰੀਏ। ਬਹੁਤੇ ਖਿਲਾਫ ਸਨ, ਅਸੀਂ ਇਹਨਾਂ ਮੁਗਲਾਂ ਕੋਲ ਨਹੀਂ ਲੈਣਾ। ਤੇ ਫਿਰ ਉਹਨੇ ਸੋਚ ਉਹਨੇ ਕਿਹਾ ਵੀ ਚਲੋ ਹੁਣ ਇਹ ਸੁਲ੍ਹਾ ਕਰਦੇ ਤੇ ਕਰ ਲਈਏ। ਸੋ ਕਪੂਰ ਸਿੰਘ ਉਹਨਾਂ ਨੇ ਕਿਹਾ ਵੀ ਇਹਨੂੰ ਕਿਹਨੂੰ ਅਸੀਂ ਇਹ ਤੋਹਫਾ ਦਈਏ। ਤੇ ਕਪੂਰ ਸਿੰਘ ਬੜਾ ਹੰਬਲ ਬੰਦਾ ਸੀ, ਉਹਨੂੰ ਸੱਦਿਆ ਤੇ ਕਹਿੰਦੇ ਨੇ ਵੀ ਤੁਹਾਨੂੰ ਇਹ ਦੇਣਾ ਹੈਗਾ। ਉਹਨਾਂ ਨੇ ਫਿਰ ਉਹ ਐਕਸੈਪਟ ਕਰ ਲਿਆ ਤੇ ਉੱਥੋਂ ਫਿਰ ਉਹਨਾਂ ਦਾ ਨਾਮ ਬਣਿਆ ਨਵਾਬ ਕਪੂਰ ਸਿੰਘ। ਨਵਾਬ ਕਪੂਰ ਸਿੰਘ ਉਦੋਂ ਬਣਿਆ ਜਦੋਂ ਉਹਨਾਂ ਨੂੰ ਉਹ ਤੋਹਫਾ ਦਿੱਤਾ। ਜਿਹੜੀ ਰਿਆਸਤ ਕਪੂਰਥਲਾ ਗੱਡੀ ਆ ਗਈ ਸਟੇਸ਼ਨ ਤੇ ਲੋਕੀ ਇੰਨਾ ਹਫੜੀ ਦਫੜੀ ਪਈ, ਲੋਕੀ ਇੱਕ ਦੂਜੇ ਦੇ ਛਾਲਾਂ ਮਾਰ ਕੇ ਕਈ ਥੱਲੇ ਕ੍ਰਸ਼ ਵੀ ਹੋ ਗਏ। ਸੋ ਮੇਰੇ ਫਾਦਰ ਨੇ ਕਿਹਾ ਵੀ ਅਸੀਂ ਨਹੀਂ ਜਾਣਾ ਚੜ੍ਹਨਾ, ਕਿਉਂਕਿ ਇੰਨਾ ਇਹ ਲੋਕੀ, ਚਲੋ ਇਹ ਗੱਡੀ ਆਈ ਹੈ ਲੰਘ ਜਾਵੇ। ਤੇ ਹੁਣ ਜੇ ਕੈਂਪ ਇੰਨੇ 3 ਲੱਖ ਬੰਦੇ ਸਨ ਉੱਥੇ, 3 ਲੱਖ ਸੀ ਵੀ ਫਿਰ ਗੱਡੀਆਂ ਬਾਅਦ ਚ ਵੀ ਆਉਣਗੀਆਂ, ਕੀ ਪਤਾ ਗੱਡੀ ਸਿਰੇ ਪਹੁੰਚੇ ਨਾ ਪਹੁੰਚੇ। ਉਹ ਫਿਰ ਗੱਡੀ ਸ਼ੇਖੂਪੁਰੇ ਤੋਂ ਅੱਗੇ ਨਹੀਂ ਗਈ। ਨਹੀਂ ਸੀ ਗਈ। ਸ਼ੇਖੂਪੁਰੇ ਰੋਕ ਕੇ ਤੇ ਉੱਥੇ ਹਮਲੇ ਹੋ ਗਏ, ਲੋਕੀ ਕਈ ਮਾਰੇ ਗਏ, ਥੱਲੇ ਨਹੀਂ ਉਤਰ ਦਿੱਤਾ ਨਾ ਉਹਨਾਂ ਕੋ ਪਾਣੀ। ਅਗਸਤ ਦਾ ਮਹੀਨਾ ਸੀ। ਇੱਕ ਕਜ਼ਨ ਸੀ ਮੇਰੇ ਚਾਚੇ ਦਾ ਪੁੱਤਰ ਸੁਰੈਨ ਸਿੰਘ, ਉਹ ਰੈਸਲਰ ਸੀਗਾ, ਬੜਾ ਅੱਛਾ ਬਾਡੀ ਸੀ। ਉਹਨੂੰ ਹੈਜ਼ਾ ਹੋਇਆ ਤੇ 5-6 ਘੰਟੇ ਖਤਮ ਹੋ ਗਿਆ। ਨਾ ਉੱਥੇ ਕੋਈ ਡਾਕਟਰ ਸਨ, ਕੁਛ ਨਹੀਂ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਅਟੈਕ ਹੋ ਗਿਆ। ਉੱਥੇ ਜੇ ਮੈਨੂੰ ਅਟੈਕ ਹੋਇਆ ਤੇ ਹਫੜਾ ਦਫੜੀ ਪੈ ਗਈ। ਸਾਰਾ ਅਸੀਂ ਜਾ ਰਹੇ ਹਾਂ, ਸਾਰੇ ਪੈਦਲ ਹੀ ਜਾ ਰਹੇ ਹਾਂ ਸੱਚੇ ਸੌਦੇ ਨੂੰ, ਅਜੇ ਪਹੁੰਚੇ ਨਹੀਂ। ਪਿੱਛੇ ਘੁੰਮ ਕੇ ਦੇਖਿਆ, ਦੂਰ ਇੱਕ ਘੋੜੇ ਦੀ ਆਪਣਾ ਮਿੱਟੀ ਉੱਡ ਰਹੀ ਆ ਰਹੀ ਹੈ ਤੇ ਬੰਦਾ ਘੋੜੇ ਬੈਠਾ, ਆਵਾਜ਼ ਆ ਰਹੀ। ਹਾਂ, ਜਦੋਂ ਨੇੜੇ ਆਇਆ ਤੇ ਮੈਂ ਪਛਾਣ ਲਿਆ ਵੀ ਮੇਰੇ ਫਾਦਰ ਨੇ। ਬੜੀ ਵੱਡੀ ਇਮੋਸ਼ਨ ਸੀ। अस्सलाम वालेकुम जी, सत श्री अकाल, आदाब दोस्तों सब ਦਾ। ਪੰਜਾਬ ਦੀ ਟੀਮ ਪਿੰਡ ਕਾਲੋਕੇ ਦੇ ਵਿੱਚ ਬੈਠੇ ਆ। ਸਾਡੇ ਸਾਹਮਣੇ ਸਰਦਾਰ ਜੀ ਬੈਠੇ ਨੇ ਜਿਹੜੇ 76 ਸਾਲ ਪਹਿਲੋਂ ਆਪਣਾ ਪਿੰਡ ਛੱਡ ਕੇ ਹਿੰਦੁਸਤਾਨ ਚਲੇ ਗਏ। ਅੱਜ 76 ਸਾਲ ਬਾਅਦ ਆਪਣੇ ਪਿੰਡ ਵਾਪਸ ਮੁੜੇ ਨੇ। ਇਹਨਾਂ ਕੋਲੋਂ ਪੁੱਛਾਂਗੇ 47 ਤੋਂ ਪਹਿਲੇ ਦੀਆਂ ਗੱਲਾਂ ਤੇ ਇਹਨਾਂ ਨੂੰ ਇੱਥੇ ਆ ਕੇ ਕਿਦਾਂ ਦਾ ਲੱਗਿਆ ਤੇ ਇਹਨਾਂ ਦੇ ਕਿਹੜੇ ਹਾਨ ਦੇ ਲੋਕ ਮਿਲੇ ਨੇ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। अस्सलाम वालेकुम। ਵਾਲੇਕੁਮ ਸਲਾਮ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਵਧੀਆ। ਸਰਦਾਰ ਜੀ ਆਪਣਾ ਨਾਮ ਦੱਸੋ ਸਭ ਤੋਂ ਪਹਿਲਾਂ। ਮੇਰਾ ਨਾਮ ਹੈ ਗੁਰਬਚਨ ਸਿੰਘ ਵਿਰਕ। ਗੁਰਬਚਨ ਸਿੰਘ ਵਿਰਕ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਸਰਦਾਰ ਤੇਜਾ ਸਿੰਘ ਵਿਰਕ। ਤੇ ਦਾਦਾ ਜੀ ਦਾ? ਸਰਦਾਰ ਜਵਾਲਾ ਸਿੰਘ ਵਿਰਕ। ਵਾਹ ਜੀ ਵਾਹ। ਆਪਾਂ ਜਿਹੜੇ ਪਿੰਡ ਬੈਠੇ ਆ ਕਾਲੋਕੇ, ਇੱਥੇ ਤੁਹਾਡਾ ਜਨਮ ਹੋਇਆ?
ਜਨਮ ਇਸ ਪਿੰਡ ਦਾ ਨਹੀਂ ਸੀ, ਜਨਮ ਸੀ ਮੇਰਾ ਬੰਦੇ ਕੇ ਜਗੀਰ ਅੱਛਾ ਨਨਕਾਣੇ ਸਾਹਿਬ ਦੇ ਕੋਲ। ਪਿੰਡ ਤੁਹਾਡਾ ਜੱਦੀ ਇਹੀ ਹੈ? ਪਿੰਡ ਜੱਦੀ ਹੈ। ਤੇ 5 ਸਾਲ ਦੀ ਉਮਰ 'ਚ ਅਸੀਂ ਉੱਥੋਂ ਬੰਦੇ ਕੇ ਜਗੀਰ ਤੋਂ ਇੱਥੇ ਮੂਵ ਹੋ ਗਏ। ਅੱਛਾ ਹਾਂ, ਨਹੀਂ ਇੱਥੋਂ ਉਸ ਪਿੰਡ ਕਿਵੇਂ ਗਏ ਤੁਸੀਂ? ਉੱਥੇ ਤਾਂ ਗਏ ਵੀ ਮੇਰੇ ਦਾਦਾ ਜੀ ਦਾਦੀ ਜੀ ਗੁਜ਼ਰ ਗਏ ਤੇ ਮੇਰੇ ਫਾਦਰ ਤੇ ਉਹਨਾਂ ਦੇ ਯੰਗਰ ਬ੍ਰਦਰ ਛੋਟੀ ਉਮਰ ਸੀ। ਅੱਛਾ ਉਹਨਾਂ ਦੀ ਭੈਣ ਸੀ ਵੱਡੀ, ਉਹਨਾਂ ਤੋਂ 20 ਸਾਲ। ਸਹੀ। ਉਹ ਨਹੀਂ ਸੀ ਚਾਹੁੰਦੀ ਕਿ ਦੋ ਉਹਦੇ ਛੋਟੇ ਭਰਾ ਇੱਥੇ ਪਿੰਡ 'ਚ ਰਹਿਣ ਇਕੱਲੇ। ਅੱਛਾ ਉਹ ਫਿਰ ਉੱਥੇ ਲੈ ਗਈ ਉਹਨਾਂ ਨੂੰ। ਤੇ ਉੱਥੇ ਫਿਰ ਇਹ ਜਵਾਨ ਹੋਏ। ਅੱਛਾ ਉੱਥੇ ਹੀ ਮੇਰੇ ਫਾਦਰ ਦਾ ਉਹਦੇ ਚਾਚੇ ਦਾ ਵਿਆਹ ਉੱਥੇ ਹੀ ਬੰਦੇ ਕੇ ਜਗੀਰ ਹੋਇਆ। ਅੱਛਾ ਉੱਥੇ ਮੇਰੀ ਪੈਦਾਇਸ਼ ਹੋਈ, ਮੇਰੇ ਛੋਟੇ ਭਰਾਵਾਂ ਦੀ ਵੀ। ਤੇ ਫਿਰ ਉੱਥੇ ਜਦੋਂ ਮੇਰੀ ਉਮਰ 5 ਸਾਲ ਦੀ ਸੀ, ਅੱਛਾ ਮੇਰੇ ਫਾਦਰ ਨੂੰ ਇਹ ਸੋਚ ਆਈ ਵੀ ਇਹਨਾਂ ਨੂੰ ਬੱਚਿਆਂ ਨੂੰ ਸਕੂਲ ਭੇਜਣਾ। ਬੰਦੇ ਕੇ ਜੰਗੀਰ ਸਕੂਲ ਨਹੀਂ ਸੀਗਾ। ਅੱਛਾ ਇਸ ਕਰਕੇ ਫਿਰ ਉਹਨਾਂ ਨੇ ਸੋਚਿਆ ਵੀ ਮੈਂ ਹੁਣ ਆਪਣੇ ਪਿੰਡ ਫੈਮਿਲੀ ਨੂੰ ਲੈ ਜਾਣਾ। ਸਹੀ ਹੋ ਗਿਆ। ਹਾਂ, ਤੇ ਫਿਰ ਅਸੀਂ ਇੱਥੇ ਆ ਗਏ। ਫਿਰ ਤੁਸੀਂ 5 ਸਾਲ ਦੀ ਉਮਰ 'ਚ ਇੱਥੇ ਆਏ? ਹਾਂ। ਸਹੀ ਹੋ ਗਿਆ। ਤੇ ਤੁਹਾਡੇ ਇੱਥੇ ਜ਼ਮੀਨ ਵੀ ਹੋਣੀ ਹੈ, ਘਰ ਵੀ ਹੋਣਾ ਆਪਣਾ? ਬਿਲਕੁਲ। ਜਦੋਂ ਛੱਡ ਕੇ ਗਏ ਸੀ ਉਹ ਉਸੇ ਘਰ 'ਚ ਵਾਪਸ ਆਏ ਕਿ ਹੋਰ ਦੁਬਾਰਾ ਬਣਾਇਆ? ਉਹ ਫਿਰ ਦੁਬਾਰਾ ਆ ਕੇ ਇੱਥੇ ਇੱਕ ਉਸੇ ਘਰ ਉਸੇ ਜਗ੍ਹਾ ਵੱਡਾ ਮਕਾਨ ਬਣਾਇਆ। ਅੱਛਾ ਇੱਟਾਂ ਵਾਲਾ ਬਿਲਕੁਲ ਪੱਕਾ। ਪਹਿਲਾਂ ਮੈਨੂੰ ਨਹੀਂ ਪਤਾ ਮਕਾਨ ਕਿਹੋ ਜਿਹਾ ਸੀ। ਉਹ ਅੱਛਾ ਕੱਚਾ ਹੀ ਹੋਵੇਗਾ। ਉਹਦੀ ਜਗ੍ਹਾ ਪੱਕਾ ਮਕਾਨ ਬਣਾਇਆ ਤੇ ਪੱਕੇ ਮਕਾਨ ਉੱਤੇ 2 ਮੰਜ਼ਿਲਾ ਮਕਾਨ ਬਣਾਇਆ। ਅੱਛਾ ਇਸ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਮੇਰੇ ਖਿਆਲ 6-7 ਹੋਣਗੀਆਂ। 6-7? ਹਾਂ, ਕਿਉਂਕਿ ਇੱਥੇ 9 ਪੱਤੀਆਂ ਸਨ। ਅੱਛਾ। ਉਹ ਜਿਹੜੀ ਇੱਕ ਪੱਤੀ ਹੈ, ਪੱਤੀ ਕਾਫੀ ਵੱਡਾ ਏਰੀਆ। ਉਹ ਇੱਕ ਸੀਗੀ ਨਾਮੇ ਦੀ ਪੱਤੀ। ਅੱਛਾ। ਉਹਨਾਂ ਦਾ ਲੀਡਰ ਸੀਗਾ ਆਪਣਾ ਪਾਲਾ ਸਿੰਘ ਨਾਮਾ। ਅੱਛਾ। ਤੇ ਇੱਕ ਸੀ ਧਿਰਨ ਦੀ ਪੱਤੀ ਤੇ ਇੱਕ ਸੀ ਫਤਿਹ ਦੀ ਪੱਤੀ। ਅੱਛਾ। ਇਹ ਮੈਨੂੰ ਤਿੰਨਾਂ ਦਾ ਯਾਦ ਹੈ। ਸਾਡੀ ਸੀ ਫਤਿਹ ਦੀ ਪੱਤੀ। ਅੱਛਾ, ਤੁਹਾਡੀ ਸੀ ਫਤਿਹ ਦੀ ਹਾਂ, ਪੱਤੀ। ਸਾਡਾ ਕੋਈ ਵੱਡਾ ਵਡੇਰਾ ਫਤਿਹ ਸਿੰਘ ਹੋਏਗਾ। ਇਹ ਜਿਹੜਾ ਪਿੰਡ ਕਾਲੋਕੀ ਇਹਦੇ ਵਿੱਚ ਸਾਰੇ ਵਿਰਕ ਹੀ ਰਹਿੰਦੇ ਸਨ? ਸਾਰੇ ਵਿਰਕੇ ਸਨ। ਅੱਛਾ। ਤਕਰੀਬਨ ਜਿਹੜੇ ਸਿੱਖ ਰਹਿੰਦੇ ਸੀ? ਸਿੱਖ ਸੀ। ਔਰ ਪਿੰਡ 'ਚ ਬਹੁਤਾ ਬਾਕੀ ਕਿਹੜੀ ਬਰਾਦਰੀ ਰਹਿੰਦੀ ਸੀ? ਸਾਰੇ ਹੈ ਤਾਂ ਸਾਰੇ ਵਿਰਕੇ ਸਨ, ਪਰ ਉਹ ਆਪਣਾ ਨਾਂ ਥੋੜਾ ਜਿਹਾ ਬਦਲ ਕੇ ਰੱਖਦੇ ਸਨ। ਅੱਛਾ। ਕਿਸੇ ਨੇ ਆਪਣੀ ਪਤੀ ਦਾ ਨਾਮ ਲਿਖਿਆ। ਅੱਛਾ। ਤੇ ਕਿਸੇ ਨੇ ਕੁਝ ਹੋਰ ਲਿਖਿਆ, ਲੇਕਿਨ ਹੈ ਸਾਰੇ ਵਿਰਕੇ ਸਨ। ਸਹੀ ਹੋ ਗਿਆ। ਹਾਂ, ਮੈਨੂੰ ਕੋਈ ਯਾਦ ਨਹੀਂ ਵੀ ਇੱਥੇ ਹੋਰ ਕੋਈ ਢਿੱਲੋਂ ਗਿੱਲ ਜਾਂ ਹੋਰ ਕੋਈ ਹੋਵੇ। ਸਾਰੇ ਵਿਰਕੇ ਸਨ। ਸਹੀ ਹੋ ਗਿਆ। ਅੱਛਾ, ਇਸ ਪਿੰਡ ਦੇ ਬੜੇ ਮਸ਼ਹੂਰ ਨਵਾਬ ਕਪੂਰ ਸਿੰਘ ਹੋਏ ਨੇ। ਹਾਂ, ਉਹਨਾਂ ਦੀ ਹਿਸਟਰੀ ਬਾਰੇ ਵੀ ਤੁਹਾਨੂੰ ਪਤਾ? ਸੁਣਦੇ ਰਹੇ? ਪੂਰੀ ਹਿਸਟਰੀ ਦਾ ਪਤਾ ਮੈਨੂੰ। ਦੱਸੋ ਥੋੜਾ ਜਿਹਾ। ਉਹਨਾਂ ਇੱਥੇ ਇਹ ਹੁਣ 1600 ਦੀ ਗੱਲ ਹੈ, ਬੜੀ ਪੁਰਾਣੀ ਗੱਲ। 300-400। ਹਾਂ, ਤੇ ਉਹ ਇੱਥੇ ਉਹਨਾਂ ਦੇ ਫਾਦਰ ਦਾ ਨਾਮ ਸੀ ਚੌਧਰੀ ਦਲੀਪ। ਤੇ ਉਹਦੇ 2 ਪੁੱਤਰ ਸਨ। ਵੱਡੇ ਦਾ ਨਾਮ ਸੀ ਦਾਨਾ, ਛੋਟੇ ਦਾ ਨਾਮ ਸੀ ਕਪੂਰਾ। ਤੇ ਉਹ ਚੌਧਰੀ ਦਲੀਪ ਨੇ ਫਿਰ ਜਾ ਕੇ ਅੰਮ੍ਰਿਤਸਰ ਭਾਈ ਮਨੀ ਸਿੰਘ, ਜਿਹੜਾ ਕਿ ਪਹਿਲਾ ਜਥੇਦਾਰ ਸੀਗਾ, ਹੈਡ ਗ੍ਰੰਥੀ ਆਫ ਗੋਲਡਨ ਟੈਂਪਲ, ਉਹਨਾਂ ਕੋਲ ਅੰਮ੍ਰਿਤ ਛਕਿਆ ਅੰਮ੍ਰਿਤਸਰ। ਨਾਲ ਹੀ ਫਿਰ ਆਪਣੇ ਪੁੱਤਰਾਂ ਨੂੰ ਅੰਮ੍ਰਿਤ ਛਕਾਇਆ ਤੇ ਉਹ ਬਣ ਗਏ ਦਲੀਪ ਸਿੰਘ, ਦਾਨ ਸਿੰਘ ਤੇ ਕਪੂਰ ਸਿੰਘ। ਅੱਛਾ। ਤੇ ਜਿਹੜਾ ਕਪੂਰ ਸਿੰਘ ਹੈ, ਦਾਨ ਸਿੰਘ ਨੇ ਵਿਆਹ ਕੀਤਾ ਸੀ, ਕਪੂਰ ਸਿੰਘ ਨੇ ਵਿਆਹ ਨਹੀਂ ਕੀਤਾ। ਉਹ ਆਪਣਾ ਬੈਚਲਰ ਹੀ ਰਿਹਾ। ਉਹਦਾ ਬੜਾ ਇੰਟਰਸਟ ਸੀ ਗੁਰਸਿੱਖੀ 'ਚ। ਅੱਛਾ। ਤੇ ਉਹਨੇ ਆਪਣੇ ਸੇਵਾ ਕਰਨੀ ਸ਼ੁਰੂ ਕੀਤੀ। ਤੇ ਅਖੀਰ ਤੇ ਫਿਰ ਜ਼ਕਰੀਆ ਖਾਨ ਨੇ ਜਦੋਂ ਕਾਫੀ ਸਿੱਖਾਂ ਉੱਤੇ ਤਸ਼ੱਦਦ ਕੀਤੇ, ਉਹਨਾਂ ਨੇ ਫੈਸਲਾ ਕਰ ਲਿਆ ਵੀ ਇਹ ਲੜਾਈ ਝਗੜੇ 'ਚ ਸਿੱਖਾਂ ਨੇ ਕਾਬੂ ਨਹੀਂ ਹੋਣਾ, ਇਹਨਾਂ ਨੂੰ ਅਸੀਂ ਜਗੀਰ ਦੇ ਕੇ ਇੱਕ ਜਗ੍ਹਾ ਬਿਠਾ ਦਈਏ। ਜੇ ਇੱਕ ਜਗ੍ਹਾ ਫਿੱਟ ਹੋ ਗਏ ਤੇ ਜੰਗਲਾਂ ਵਿੱਚ ਰਹਿ ਕੇ ਸਾਡੇ ਤੇ ਹਮਲਾ ਕਰ ਦੇਣਗੇ, ਬੰਦ ਕਰ ਦੇਣਗੇ। ਅੱਛਾ। ਉਹਨਾਂ ਨੇ ਫਿਰ ਜਗੀਰ ਭੇਜੀ ਅੰਮ੍ਰਿਤਸਰ। ਤੇ ਜਗੀਰ ਸੀਗੀ ਵੀ ਆਹ ਤੁਹਾਡੇ ਕੋਲ ਏਰੀਆ, ਇਹਦੇ 'ਚ ਤੁਸੀਂ ਰਹਿ ਸਕਦੇ ਹੋ। ਅੱਛਾ। ਇੱਕ ਕੋਈ ਸ਼ਾਲ, ਇੱਕ ਕੋਈ ਸੋਨੇ ਦੇ ਕੜੇ, ਇੱਕ ਕਲਗੀ ਭੇਜੀ। ਉਹਨੂੰ ਸਿੱਖਾਂ ਦੇ ਉੱਥੇ ਸਰਬੱਤ ਖਾਲਸੇ ਦਾ ਕੰਪੀਟੀਸ਼ਨ ਇਕੱਠ ਹੋਇਆ ਵੀ ਅਸੀਂ ਇਹ ਮਨਜ਼ੂਰ ਕਰੀਏ ਕਿ ਨਾ ਕਰੀਏ। ਬਹੁਤੇ ਖਿਲਾਫ ਸਨ, ਅਸੀਂ ਇਹਨਾਂ ਮੁਗਲਾਂ ਕੋਲ ਨਹੀਂ ਲੈਣਾ। ਅੱਛਾ। ਤੇ ਫਿਰ ਉਹਨੇ ਸੋਚ ਉਹਨਾਂ ਨੇ ਕਿਹਾ ਵੀ ਚਲੋ ਹੁਣ ਇਹ ਸੁਲ੍ਹਾ ਕਰਦੇ ਤੇ ਕਰ ਲਈਏ। ਸੋ ਕਪੂਰ ਸਿੰਘ ਉਹਨਾਂ ਨੇ ਕਿਹਾ ਵੀ ਇਹਨੂੰ ਕਿਹਨੂੰ ਅਸੀਂ ਇਹ ਤੋਹਫਾ ਦਈਏ। ਤੇ ਕਪੂਰ ਸਿੰਘ ਬੜਾ ਹੰਬਲ ਬੰਦਾ ਸੀ, ਉਹਨੂੰ ਸੱਦਿਆ ਤੇ ਕਹਿੰਦੇ ਨੇ ਵੀ ਤੁਹਾਨੂੰ ਇਹ ਦੇਣਾ ਹੈਗਾ। ਉਹਨਾਂ ਨੇ ਫਿਰ ਉਹ ਐਕਸੈਪਟ ਕਰ ਲਿਆ। ਸਹੀ। ਤੇ ਉੱਥੋਂ ਫਿਰ ਉਹਨਾਂ ਦਾ ਨਾਮ ਬਣਿਆ ਨਵਾਬ ਕਪੂਰ ਸਿੰਘ। ਨਵਾਬ ਕਪੂਰ ਸਿੰਘ ਉਦੋਂ ਬਣਿਆ ਜਦੋਂ ਉਹਨਾਂ ਨੂੰ ਉਹ ਤੋਹਫਾ ਦਿੱਤਾ।
ਹਾਂ, ਜਿਹੜੀ ਰਿਆਸਤ ਕਪੂਰਥਲਾ ਹੈ ਉਹਦੇ ਨਾਂ ਤੇ ਬਣੀ। ਉਹਦੇ ਨਾਂ ਤੇ ਬਣੀ। ਅੱਛਾ, ਨਵਾਬ ਕਪੂਰ ਸਿੰਘ ਨੇ ਫਿਰ ਉਸ ਤੋਂ ਬਾਅਦ ਉਹ ਸਿੱਖਾਂ ਦਾ ਲੀਡਰ ਬਣ ਗਿਆ। ਉਹਨੂੰ ਇੰਨਾ ਕੁ ਪਤਾ ਸੀ ਵੀ ਜਿਹੜੀ ਇਹ ਸੁਲ੍ਹਾ ਮੁਗਲਾਂ ਨਾਲ ਇਹ ਸ਼ਾਇਦ ਇਹ ਬਹੁਤੀ ਚਿਰ ਨਾ ਰਵੇ। ਉਸ ਵੇਲੇ ਜਿਹੜੇ ਸਿੱਖ ਸਨ ਜੰਗਲਾਂ 'ਚ ਰਹਿੰਦੇ ਸਨ ਤੇ ਆਰਗੇਨਾਈਜ਼ ਨਹੀਂ ਸਨ। ਉਹਨੇ ਫਿਰ ਕਪੂਰ ਸਿੰਘ ਨੇ ਸਿੱਖਾਂ ਨੂੰ ਆਰਗੇਨਾਈਜ਼ ਕੀਤਾ। ਉਹਨੇ ਫਿਰ 2 ਡਿਵੀਜ਼ਨ ਬਣਾਏ। ਇੱਕ ਦਾ ਨਾਂ ਸੀ ਬੁੱਢਾ ਦਲ, ਇੱਕ ਦਾ ਨਾਂ ਸੀ ਤਰਨਾ ਦਲ। ਅੱਛਾ, ਤਰਨਾ ਦਲ ਸੀਗਾ 40 ਸਾਲ ਦੀ ਉਮਰ ਤੋਂ ਘੱਟ। ਉਹਨਾਂ ਦਾ ਕੰਮ ਸੀ ਲੜਾਈ ਕਰਨੀ, ਪ੍ਰੋਟੈਕਸ਼ਨ। ਜਿਹੜਾ ਬੁੱਢਾ ਕੰਮ ਦਲ ਸੀ ਉਹਨਾਂ ਦਾ ਵੀ ਗੁਰਦੁਆਰਾਂ 'ਚ ਸਾਰਾ ਕੁਝ ਕਰਨਾ। ਸਹੀ। ਉਹ ਜਿਹੜੇ ਬਸ ਉਸ ਤੋਂ ਕੋਈ 2-3 ਸਾਲ ਬਾਅਦ ਹੀ ਉਹਨਾਂ ਦਾ ਜਿਹੜੀ ਸੁਲ੍ਹਾ ਖਤਮ ਹੋ ਗਈ ਤੇ ਮੁਗਲਾਂ ਨੇ ਆ ਕੇ ਉਹ ਸਾਰਾ ਜ਼ਮੀਨ ਦੁਬਾਰਾ ਲੈ ਲਈ। ਸਿੱਖ ਫਿਰ ਜੰਗਲਾਂ ਵਿੱਚ। ਅੱਛਾ, ਪਰ ਉਹਨੇ ਚਿਰ ਤੱਕ ਉਹ ਆਰਗੇਨਾਈਜ਼ ਹੋ ਚੁੱਕੇ ਸਨ। ਔਰ ਹੁਣ ਹਿਸਟਰੀ 'ਚ ਇਹ ਲਿਖਿਆ ਗਿਆ ਨਵਾਬ ਕਪੂਰ ਸਿੰਘ ਵਿਰਕ ਜੋ ਉਹਨੇ ਕੀਤਾ, ਜਿਸ ਤਰ੍ਹਾਂ ਉਹਨੂੰ ਆਰਗੇਨਾਈਜ਼ ਕੀਤਾ, ਉਸ ਤਰੀਕੇ ਨਾਲ ਫਿਰ ਉਹ ਜਿਹੜੇ ਸਿੱਖ ਨੇ ਜਦੋਂ ਦੁਬਾਰਾ ਹਮਲੇ ਹੋਏ ਨੇ ਉਹ 'ਚ ਇੱਕ ਹੋਇਆ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਜਿਹਦੇ 'ਚ ਉਹਨਾਂ ਨੇ ਸਿੱਖਾਂ ਦੇ ਬੱਚੇ ਤੇ ਔਰਤਾਂ ਸਭ ਉਹਨਾਂ ਨੇ ਕਤਲੇਆਮ ਕੀਤਾ। ਅਬਦਾਲੀ ਨੇ। ਹਾਂ, ਅਬਦਾਲੀ। ਇਹਦੇ ਬਾਵਜੂਦ ਵੀ ਜਿਹੜੇ ਸਿੱਖ ਸਨ ਉਹ ਆਹਿਸਤਾ ਆਹਿਸਤਾ ਉਹ ਪੰਜਾਬ ਦੇ ਮਾਲਕ ਬਣਦੇ ਗਏ। ਤੇ ਉਹ ਇਹ ਕਿਹਾ ਗਿਆ ਹਿਸਟਰੀ ਕਿ ਨਵਾਬ ਕਪੂਰ ਸਿੰਘ ਨੇ ਜਿਹੜੀ ਉਹਦੀ ਆਰਗੇਨਾਈਜੇਸ਼ਨਲ ਸਕਿੱਲ ਸਨ ਉਹਦੇ ਨਾਲ ਉਹਨਾਂ ਜਿਹੜੇ ਹਿਸਟਰੀ 'ਚ ਅਦਾ ਕੀਤਾ ਤੇ ਉਹ ਉਸ ਤੋਂ ਬਗੈਰ ਜਿਹੜੇ ਸਿੱਖ ਸਨ ਸ਼ਾਇਦ ਖਤਮ ਹੀ ਹੋ ਜਾਂਦੇ। ਤੇ ਉਹਨਾਂ ਦੀ ਉਮਰ 8 ਸਾਲ ਦੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਗੁਜ਼ਰੇ ਨੇ ਦੱਖਣ ਵਿੱਚ ਨੰਦੇੜ 'ਚ ਜਾ ਕੇ। ਤੇ ਸੋ ਇਹ ਬੜੀ ਖੁਸ਼ੀ ਹੈ ਵੀ ਜਿਹੜੇ ਪਿੰਡ 'ਚ ਤੁਸੀਂ ਰਹਿ ਰਹੇ ਹੋ, ਇਸ ਪਿੰਡ ਦਾ ਇੱਕ ਬੰਦਾ ਜਿਹਨੇ ਕਿ ਜਿਹੜੇ ਸਿੱਖ ਸਨ ਬਿਲਕੁਲ ਖਤਮ ਹੋ ਚੁੱਕੇ ਸਨ ਤੇ ਉਹਦੇ 'ਚ ਉਹ ਲੀਡਰ ਉਸ ਵਕਤ ਉਹ ਲੀਡਰ ਪੈਦਾ ਹੋਇਆ ਜਿਹਨੇ ਉਹਨਾਂ ਨੂੰ ਆਰਗੇਨਾਈਜ਼ ਕਰਕੇ ਉਹਨਾਂ ਨੂੰ ਦੱਸਿਆ ਵੀ ਕਿਸ ਤਰ੍ਹਾਂ ਸਰਵਾਈਵ ਕਰਨਾ ਜੰਗਲਾਂ 'ਚ, ਕਿਸ ਤਰ੍ਹਾਂ ਆਰਗੇਨਾਈਜ਼ ਕਰਨਾ, ਤਾਂ ਕਿ ਕਿਉਂਕਿ ਉਹਨੇ ਸੈਕਸ਼ਨ ਬਣਾ ਦਿੱਤੇ ਨਾ। ਤੇ ਉਹਨਾਂ ਨੇ ਅੱਗੋਂ ਜਾ ਕੇ ਫਿਰ 8 ਜਥੇ ਹੋ ਗਏ। ਹਰ ਇੱਕ ਦਾ ਆਪਣਾ ਡਰਮ ਹੁੰਦਾ ਸੀ, ਆਪਣਾ ਹੀ ਫਲੈਗ ਹੁੰਦਾ ਸੀ। ਉਹਨੇ ਵੰਡ ਕਰਤਾ ਵੀ ਤੁਸੀਂ ਜਿਹੜਾ ਆਹ ਏਰੀਆ ਪੰਜਾਬ ਦਾ ਇਹ ਤੁਹਾਡੇ ਹਿੱਸੇ, ਤੁਸੀਂ ਇਹਨੂੰ ਪ੍ਰੋਟੈਕਸ਼ਨ ਕਰਨਾ। ਉਹ 'ਚ ਫਿਰ 8 ਮਿਸਲਾਂ ਬਣੀਆਂ। ਉਹ ਫਿਰ 8 ਮਿਸਲਾਂ ਤੋਂ ਅੱਗੇ ਜਾ ਕੇ ਫਿਰ ਇੱਕ ਕਪੂਰਥਲਾ, ਇੱਕ ਨਾਭਾ, ਇੱਕ ਸੁੱਕਰ ਚੰਗੀਆਂ, ਪਟਿਆਲਾ, ਸਾਰੇ ਉਹਨਾਂ 'ਚ ਨਿਕਲੇ ਨੇ। ਉਹਦੇ ਨਿਕਲੇ ਨੇ। ਹਾਂ, ਤੇ ਇਹਦਾ ਮਤਲਬ ਪੰਜਾਬੀਆਂ ਨੂੰ, ਸਿੱਖਾਂ ਨੂੰ ਇਕੱਠਾ ਕਰਨ ਵਾਲੇ ਉਹ ਸਨ। ਨਵਾਬ ਕਪੂਰ ਸਿੰਘ ਦਾ ਜਿਹੜਾ ਰੋਲ ਸੀ ਨਾ ਉਹਨੂੰ ਅੰਗਰੇਜ਼ੀ ਕਹਿੰਦੇ, ਉਹਦਾ ਰੂਲ ਸੀ ਪਿਵਟਲ। ਜਿੱਦਾਂ ਪਿਵਟ ਹੁੰਦਾ ਵੀ ਤੁਸੀਂ ਇੱਧਰ ਜਾ ਰਹੇ ਹੋ ਕਿ ਤੇ ਉਹਦੀ ਲੀਡਰਸ਼ਿਪ ਤੋਂ ਬਗੈਰ ਉਸ ਵਕਤ ਸਿੱਖ ਸ਼ਾਇਦ ਨਾ ਸਰਵਾਈਵ ਕਰ ਸਕਦੇ। ਇਥੋਂ ਇਹ ਪਤਾ ਲੱਗਦਾ ਕਿ ਅਗਰ ਤੁਹਾਡੀ ਹਕੂਮਤ ਰਹੀ ਸਿੱਖਾਂ ਦੀ ਪੰਜਾਬ ਦੇ ਵਿੱਚ, ਜਿਹੜੇ ਪੰਜਾਬ ਹੋਇਆ ਰਣਜੀਤ ਸਿੰਘ, ਉਹਨਾਂ ਦੀ ਹਕੂਮਤ ਦੇ ਬਣਾਉਣ ਦੇ ਵਿੱਚ ਵੀ ਉਹਨਾਂ ਦਾ ਕਿਰਦਾਰ ਰਿਹਾ। ਐਬਸੋਲੂਟਲੀ, ਕਿਉਂਕਿ ਜਿਹੜਾ ਪ੍ਰੀਕਰਸਰ ਜਿਹੜਾ ਰਣਜੀਤ ਸਿੰਘ ਜਿਹੜਾ ਉਹਦਾ ਦਾਦਾ ਸੀ ਮੀਆਂ ਸਿੰਘ, ਉਹ ਸੁੱਕਰ ਚੱਕੀਆਂ ਮਿਸਲ ਜਿਹੜੇ ਉਹਨਾਂ ਨੇ 8 ਜਥੇ ਬਣਾਏ ਕਪੂਰ ਸਿੰਘ ਨੇ, ਉਹਨਾਂ 'ਚ ਇੱਕ ਜਿਹੜਾ ਜਥਾ ਸੀ ਉਹਦਾ ਲੀਡਰ ਰਣਜੀਤ ਸਿੰਘ ਦਾ ਗ੍ਰੈਂਡਫਾਦਰ ਸੀ ਮੀਆਂ ਸਿੰਘ। ਤੇ ਉਦੋਂ ਇਹ 8 ਉਹਨੂੰ ਆਪਣਾ ਮਿਸਲ ਸਨ। ਆਹਿਸਤਾ ਆਹਿਸਤਾ ਫਿਰ ਉਹ ਜਦੋਂ ਰਣਜੀਤ ਸਿੰਘ ਦਾ ਫਾਦਰ ਸੀ ਚੜ੍ਹਤ ਸਿੰਘ, ਫਿਰ ਜਦੋਂ ਰਣਜੀਤ ਸਿੰਘ ਆਪਣਾ ਕਾਬਜ਼ ਹੋਇਆ ਉਹਨੇ ਫਿਰ ਆਹਿਸਤਾ ਆਹਿਸਤਾ ਜਿਹੜੇ ਬਾਕੀ 8 ਮਿਸਲਾਂ ਸਨ ਉਹਨਾਂ ਨੂੰ ਕਿਸੇ ਨਾਲ ਵਿਆਹ ਕਰ ਲਿਆ, ਇਸ ਤਰ੍ਹਾਂ ਇਕੱਠੇ ਕਰ ਲਿਆ, ਕਿਸੇ ਤੇ ਹਮਲਾ ਕਰਕੇ ਐਸਾ ਕੰਸੋਲੀਡੇਟ ਕਰਕੇ ਉਹ ਸਾਰੇ ਫਿਰ ਪੰਜਾਬ ਦਾ ਹੀ ਉਹ ਮਹਾਰਾਜਾ ਬਣ ਗਿਆ। ਵਾਹ ਜੀ ਵਾਹ। ਅੱਛਾ, ਹੁਣ ਇਹ ਦੱਸੋ, ਤੁਸੀਂ ਇਸ ਪਿੰਡ ਦੇ ਵਿੱਚ ਪੜ੍ਹਦੇ ਵੀ ਰਹੇ ਹੋਣੇ? ਹਾਂਜੀ। ਕਿੰਨੀ ਤੱਕ ਇੱਥੇ ਪੜ੍ਹੇ? ਮੈਂ ਇੱਥੇ 4th ਜਮਾਤ ਤੱਕ ਪੜ੍ਹਿਆ। ਪ੍ਰਾਇਮਰੀ ਸਕੂਲ ਸੀਗਾ, 4th ਤੱਕ ਪੜ੍ਹਿਆ। ਤੇ ਉਸ ਤੋਂ ਬਾਅਦ ਤੁਸੀਂ ਸ਼ੇਖੂਪੁਰੇ ਪੜ੍ਹੇ? ਸ਼ੇਖੂਪੁਰੇ ਖਾਲਸਾ ਹਾਈ ਸਕੂਲ ਸ਼ੇਖੂਪੁਰਾ। ਅੱਜ ਤੁਸੀਂ ਉਹ ਸਕੂਲ ਵੇਖ ਕੇ ਵੀ ਆਏ? ਵੇਖ ਕੇ ਆਇਆ। ਕਿੱਦਾਂ ਦਾ ਲੱਗਿਆ ਆਪਣਾ ਸਕੂਲ? ਪੁਰਾਣੀਆਂ ਯਾਦਾਸ਼ਤਾਂ ਆ ਗਈਆਂ ਵਾਪਸ। ਜਦੋਂ ਅੰਦਰ ਗਿਆ ਜਿੱਥੇ ਉਹ ਬਰਾਂਡੇ ਸਨ ਤੇ ਉਹ ਪਿੱਲਰ ਸਨ, ਤੇ ਮੈਂ ਦੱਸੀ ਕਹਾਣੀ ਵੀ ਮੈਨੂੰ ਪਿੱਲਰ ਵੱਜਾ ਇੱਥੇ। ਉਹ ਬਸ ਉਹ ਜਿਹੜੀ ਨਿਸ਼ਾਨੀ ਹੈ ਉਹ ਪੱਕੀ ਆ, ਬਾਕੀ ਤਾਂ ਕਾਫੀ ਬਦਲ ਗਿਆ, ਲੇਕਿਨ ਉਹ ਬਰਾਂਡੇ ਮੈਨੂੰ ਐ ਬਿਲਕੁਲ ਯਾਦ ਨੇ ਸਹੀ ਨੇ। ਸੋ ਵਾਕਈ ਜਿਹੜੀ ਇਹ ਬਿਲਡਿੰਗ ਗਵਰਨਮੈਂਟ ਹਾਈ ਸਕੂਲ ਦੀ ਹੈ, ਇਹੋ ਬਿਲਡਿੰਗ ਸੀ ਜਿੱਥੇ ਸਕੂਲ 'ਚ ਮੈਂ ਪੜ੍ਹਦਾ ਰਿਹਾ। ਅੱਛਾ,
ਹੁਣ ਇਹ ਦੱਸੋ ਜਦੋਂ ਪਾਰਟੀਸ਼ਨ ਹੋਈ ਹੈ ਉਸ ਵੇਲੇ ਕਿਸ ਤਰ੍ਹਾਂ ਤੁਸੀਂ ਲੋਕ ਗਏ? ਜਦੋਂ ਪਾਰਟੀਸ਼ਨ ਹੋਈ ਹੈ ਸਾਨੂੰ ਇੱਕ ਰਾਤ ਨੂੰ ਅਸੀਂ ਘਰ ਸਾਂ ਬੈਠੇ ਕਾਲੋਕ ਜਿੱਥੇ ਹੁਣ ਘਰ ਵੇਖ ਕੇ ਆਇਆ, ਸਾਨੂੰ ਕਿਸੇ ਨੇ ਖਬਰ ਦਿੱਤੀ ਵੀ ਅੱਜ ਰਾਤ ਨੂੰ ਹਮਲਾ ਹੋ ਜਾਣਾ। ਇਹ ਪਤਾ ਨਹੀਂ ਸੀ ਕਿ ਬੰਦੇ ਕੌਣ ਸਨ, ਪਿੰਡ ਦੇ ਤੇ ਨਹੀਂ ਸਨ, ਉਹ ਜਦੋਂ ਬਾਹਰ ਹੋਈ ਤੇ ਇਹ ਨਿੱਕਾ ਘੁਮਿਆਰ ਤੇ ਹਯਾਤ ਅਹਿਮਦ ਸਰ ਚਰਾਗੇ ਦੱਸਿਆ, ਇਹ ਸਾਰੇ ਆਏ ਤੇ ਨਾ ਕਿਹਾ ਵੀ ਤੁਸੀਂ ਇੱਥੋਂ ਤੁਹਾਨੂੰ ਜਾਣਾ ਚਾਹੀਦਾ ਕਿਉਂਕਿ ਹਮਲਾ। ਮੇਰੀ ਮਦਰ ਬਿਮਾਰ ਸੀ, ਫਿਰ ਚਿਰਾਗਲਦੀਨ ਇਹਨਾਂ ਨੇ ਸਾਡੇ ਖੇਤ ਵਿੱਚ ਕਮਾਦ ਸੀਗਾ ਉਹ ਚ ਵੱਢ ਕੇ ਇੱਕ ਏਰੀਆ ਖਾਲੀ ਕਰਕੇ ਉੱਥੇ ਟੈਂਟ ਲਾ ਕੇ ਮੇਰੇ ਫਾਦਰ ਤੇ ਮਦਰ ਉੱਥੇ ਰਹੇ। ਅਸੀਂ ਇੱਕ ਮੇਰੀ ਭੈਣ ਤੇ 3 ਭਰਾ, ਅਸੀਂ ਬਸ ਆਪਣੇ ਜਿਹੜੇ ਕੱਪੜੇ ਪਾਏ ਸੀ ਉਹ ਪਾ ਕੇ ਆਪਣੇ ਗੁਆਂਢੀਆਂ ਦੇ ਨਾਲ ਅਸੀਂ ਵੀ ਘਰ ਚੋਂ ਰਾਤ ਦੇ ਹਨੇਰੇ ਚ ਨਿਕਲ ਗਏ ਸੱਚੇ ਸੌਦੇ ਨੂੰ। ਘਰ ਦੇ ਵਿੱਚ ਕੋਈ ਸ਼ੈ ਨਹੀਂ ਚੱਕੀ, ਕੁਝ ਨਹੀਂ ਚੱਕਿਆ, ਜਿਹੋ ਕੱਪੜੇ ਪਾਏ ਨੇ ਬਸੇ ਹੋਈ। ਅੱਛਾ ਤੇ ਸੱਚੇ ਸੌਦੇ ਨੂੰ ਕਿਉਂਕਿ ਉਹਨਾਂ ਦੱਸਿਆ ਵੀ ਸੱਚੇ ਸੌਦੇ ਕੈਂਪ ਬਣਿਆ ਜਿੱਥੇ ਕਿ ਆਰਮੀ ਦੀ ਪ੍ਰੋਟੈਕਸ਼ਨ ਹੈਗੀ ਆ ਤੇ ਤੁਸੀਂ ਉੱਥੇ ਜਾਣਾ। ਤੇ ਅਸੀਂ ਚੱਲ ਪਏ, ਐਸਤਾ ਰਾਤ ਤੁਰੇ ਗਏ। ਅਗਲੇ ਦਿਨ ਆਇਆ ਤੇ ਮੈਂ ਹਮੇਸ਼ਾ ਆਇਆ ਘੁੰਮ ਕੇ ਪਿੱਛੇ ਵੇਖਦੇ ਰਹਿਣਾ ਵੀ ਸਾਡਾ ਫਾਦਰ ਆ ਰਹੇ ਨੇ ਕਿ ਨਹੀਂ ਆ ਰਹੇ। ਤੇ ਸਾਡੇ ਫਾਦਰ ਨੇ ਕਿਹਾ ਸੀ ਵੀ ਤੁਸੀਂ ਫਿਕਰ ਨਾ ਕਰੋ, ਆਪਣੇ ਸਾਡੇ ਗੁਆਂਢੀ ਨੂੰ ਤੁਸੀਂ ਜਾਓ ਤੇ ਮੈਂ ਆਵਾਂਗਾ ਤੁਹਾਨੂੰ ਬਾਅਦ ਚ। ਉਹ ਫਿਰ 2 ਦਿਨ ਬਾਅਦ ਮੇਰੀ ਮਦਰ ਤੇ ਅਜੇ ਉੱਥੇ ਸੀ, ਮੇਰੇ ਫਾਦਰ ਕੋਲ 3 ਘੋੜੀਆਂ ਸਨ, ਘੋੜੇ ਸਨ। ਤੇ ਮੈਂ ਇਸ ਤਰ੍ਹਾਂ ਅਸੀਂ ਜਾ ਰਹੇ ਹਾਂ, ਸਾਰੇ ਪੈਦਲ ਹੀ ਜਾ ਰਹੇ ਹਾਂ ਸੱਚੇ ਸੌਦੇ ਨੂੰ, ਅਜੇ ਪਹੁੰਚੇ ਨਹੀਂ। ਪਿੱਛੇ ਘੁੰਮ ਕੇ ਦੇਖਿਆ ਦੂਰ ਇੱਕ ਘੋੜੇ ਦੀ ਆਪਣਾ ਮਿੱਟੀ ਉੱਡ ਰਹੀ ਆ ਰਹੀ ਆ ਤੇ ਬੰਦਾ ਘੋੜੇ ਬੈਠਾ, ਆਵਾਜ਼ ਆ ਰਹੀ। ਹਾਂ, ਜਦੋਂ ਨੇੜੇ ਆਇਆ ਤੇ ਮੈਂ ਪਛਾਣ ਲਿਆ ਵੀ ਮੇਰੇ ਫਾਦਰ ਨੇ। ਤੇ ਬੜੀ ਵੱਡੀ ਇਮੋਸ਼ਨ ਸੀ। ਉਹ ਆਏ ਸਾਡੇ ਕੋਲ ਤੇ ਕਹਿਣ ਲੱਗੇ ਵੀ ਤੁਹਾਡੀ ਮਦਰ ਹੁਣ ਕੁਝ ਅੱਗੇ ਨਾਲੋਂ ਠੀਕ ਹੈ ਤੇ ਮੈਂ ਇਹ ਤੋਂ ਵੇਖਣਾ ਚਾਹੁੰਦਾ ਹਾਂ ਵੀ ਤੁਸੀਂ ਪਹੁੰਚ ਗਏ ਹੋ, ਵੀ ਸੇਫ ਹੋ। ਤੇ ਉਹ ਫਿਰ ਉਹ ਇੱਕ ਰਾਤ ਸਾਡੇ ਕੋਲ ਰਹੇ, ਫਿਰ ਵਾਪਸ ਚਲੇ ਗਏ। 2 ਹਫ਼ਤੇ ਬਾਅਦ ਫਿਰ ਫਾਦਰ ਤੇ ਮਦਰ ਉਹ ਵੀ ਕੈਂਪ ਵਿੱਚ ਆ ਗਏ। ਫਾਦਰ ਤੇ ਮਦਰ ਤੁਹਾਡੇ ਪਿੰਡ ਹੀ ਰਹੇ? ਉਹ ਕਾਲੋ ਕੀ ਰਹੇ ਨੇ। ਉਹਨਾਂ ਦੀ ਕਿਹਨਾਂ ਨੇ ਹਿਫਾਜ਼ਤ ਕੀਤੀ? ਆਪਾਂ ਨਿੱਕਾ ਘੁਮਿਆਰ, ਚਿਰਾਗਲਦੀਨ, ਹਯਾਤ ਅਹਿਮਦ, ਇਹ ਸਾਡੇ ਬਹੁਤ ਨੇੜੇ ਸਨ। ਇਹਨਾਂ ਨੇ ਤੁਹਾਡੇ ਵਾਲਦ ਦੇ ਦੋਸਤ ਸਨ? ਆਪਣਾ ਹਯਾਤ ਅਹਿਮਦ ਤੇ ਦੋਸਤ ਸੀ ਤੇ ਚਿਰਾਗਲਦੀਨ ਹਯਾਤ ਦਾ ਭਰਾ ਸੀ, ਉਹ ਸਾਡਾ ਨੌਕਰ ਸੀ। ਹਯਾਤ ਸਾਹਿਬ ਦੇ ਬੇਟੇ ਵੀ ਨਾਲ ਬੈਠੇ ਨੇ, ਤੁਹਾਨੂੰ ਅੱਜ ਮੁਲਾਕਾਤ ਹੋਈ ਤੁਹਾਡੀ? ਹੋਈ ਮੁਲਾਕਾਤ ਇਹਨਾਂ ਨਾਲ। ਤੇ ਨਿੱਕਾ ਘੁਮਿਆਰ ਉਹ ਵੀ ਸਾਡੇ ਘਰ ਚ ਕੰਮ ਕਰਦਾ ਸੀ, ਮੈਨੂੰ ਯਾਦ ਨਹੀਂ ਵੀ ਕੀ ਉਹਦੀ ਫੰਕਸ਼ਨ ਸੀ। ਦੇਖੋ ਜੀ, ਜਿਨ੍ਹਾਂ ਨੇ ਛਾਈ ਕੀਤੀ ਅੱਜ ਵੀ 76 ਸਾਲ ਬਾਅਦ ਤੁਸੀਂ ਉਹਨਾਂ ਨੂੰ ਯਾਦ ਕਰਦੇ ਪਏ। ਬਿਲਕੁਲ। ਸੋ ਸਾਡੀ ਜਿਹੜੀ ਹਿਫਾਜ਼ਤ ਕੀਤੀ ਹੈ ਤੁਹਾਡੀ ਫੈਮਿਲੀ ਨੇ, ਉਹਦੇ ਕਰਕੇ ਮੈਂ ਬੈਠਾ ਇੱਥੇ। ਸਹੀ ਹੈ ਨਾ? ਕਮਾਲ। ਤੇ ਫਿਰ ਸੱਚੇ ਸੌਦੇ ਜਦੋਂ ਪਹੁੰਚ ਗਏ ਉਸ ਤੋਂ ਬਾਅਦ ਐਸਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਵੀ ਵਾਪਸ ਨਹੀਂ ਜਾ ਸਕਦੇ। ਕੈਂਪ ਬਣ ਗਿਆ ਉੱਥੋਂ, ਫਿਰ ਇਹੋ ਸੀ ਵੀ ਇੱਥੋਂ ਕੈਂਪ ਚੋਂ ਲੋਕਾਂ ਨੂੰ ਹਿੰਦੁਸਤਾਨ ਲੈ ਕੇ ਜਾਣਗੇ। ਇਹ ਨਹੀਂ ਸੀ ਪਤਾ ਕਿਸ ਤਰ੍ਹਾਂ, ਵੀ ਗੱਡੀ ਰਾਹੀਂ ਜਾਂ ਟਰੱਕਾਂ ਰਾਹੀਂ ਜਾਂ ਬੱਸਾਂ ਰਾਹੀਂ। ਤੇ ਅਖੀਰ ਤੇ ਕਿੰਨੇ ਦਿਨ ਕੈਂਪ 'ਚ ਰਹੇ ਸੋ? ਅਸੀਂ ਤਕਰੀਬਨ 1 ਸਾਲ ਰਹੇ ਉੱਚ। 1 ਸਾਲ? ਹਾਂ, ਇੱਥੇ ਕੈਂਪ 'ਚ ਫਿਰ ਕੀ ਮਿਲਦਾ ਸੀ ਖਾਣ ਨੂੰ ਤੁਹਾਨੂੰ? ਇਹ ਸੀ ਵੀ ਇੱਕ ਜਗ੍ਹਾ ਕੋਈ ਰਾਸ਼ਨ ਮਿਲਦਾ ਸੀ ਤੇ ਹਾਂ, ਇਹ ਹੁਣ ਪਤਾ ਨਹੀਂ ਵੀ ਅਸੀਂ ਇਹਨਾਂ ਸਾਨੂੰ ਪਤਾ ਵੀ ਜੋ ਚਾਹ ਬਣਨੀ ਤੇ ਚਾਹ ਕੜਛੀਆਂ ਨਾਲ ਚਾਹ ਵਰਤਣੀ, ਕਿਉਂਕਿ ਦੁੱਧ ਨਹੀਂ ਸੀ ਮਿਲਦਾ ਤੇ ਪਰ ਰਾਸ਼ਨ ਮਿਲ ਜਾਂਦਾ ਸੀ। ਇੱਥੇ ਸੱਚੇ ਸੌਦੇ ਰਹੇ? ਹਾਂ, ਚੂੜਕਾਨਾ ਪਿੰਡ ਜਿੱਥੇ ਉਹ ਵਿਚਕਾਰ ਉਹ ਵਿੱਚ ਹੀ ਸੀ ਨਾ, ਤੇ ਚੂੜਕਾਨੇ 'ਚ ਕਾਫੀ ਸਨ ਲੋਕ ਰਹਿੰਦੇ। ਤੇ ਸੋ ਜਦੋਂ ਫਿਰ ਆਹਿਸਤਾ ਕੈਂਪ ਖਾਲੀ ਹੁੰਦਾ ਗਿਆ, ਇੰਡੀਆ 'ਚ ਲੋਕੀ ਇੱਥੋਂ ਇੰਡੀਆ ਜਾਂਦੇ ਰਹੇ, ਫਿਰ ਜਿਹੜਾ ਕੈਂਪ ਸੀਗਾ ਉਹ ਫਿਰ ਨੇੜੇ ਹੋਰ ਸ਼ਰਿੰਕ ਹੁੰਦਾ ਗਿਆ। ਤੇ ਜਦੋਂ ਪਹਿਲੀ ਦਫਾ ਗੱਡੀ ਆਈ ਸੱਚੇ ਸੌਦੇ ਰੇਲਵੇ ਸਟੇਸ਼ਨ ਤੇ, ਪਤਾ ਲੱਗਾ ਵੀ ਹੁਣ ਗੱਡੀ ਜਿਹੜੀ ਹੈ ਲੈ ਕੇ ਜਾਊਗੀ ਸ਼ੇਖੂਪੁਰੇ ਤੇ ਗਾਂ ਲਾਹੌਰ ਨੂੰ। ਤੇ ਲੋਕੀ ਆ ਗਏ, ਸਟੇਸ਼ਨ ਤੇ ਬਹਿ ਗਏ, ਸਾਡੇ ਫਾਦਰ ਵੀ ਸਾਨੂੰ ਸਭ ਨੂੰ ਉੱਥੇ ਲੈ ਆਂਦਾ, ਬਹਿ ਗਏ। ਜੋ ਗੱਡੀ ਆ ਗਈ ਸਟੇਸ਼ਨ ਤੇ
ਤੇ ਲੋਕੀ ਇੰਨਾ ਹਫੜੀ ਦਫੜੀ ਪਈ, ਲੋਕੀ ਇੱਕ ਦੂਜੇ ਦੇ ਉੱਤੇ ਛਾਲਾਂ ਮਾਰ ਕੇ ਕਈ ਥੱਲੇ ਕ੍ਰਸ਼ ਵੀ ਹੋ ਗਏ। ਸੋ ਮੇਰੇ ਫਾਦਰ ਨੇ ਕਿਹਾ ਵੀ ਅਸੀਂ ਨਹੀਂ ਜਾਣਾ ਇੱਥੇ ਚੜ੍ਹਨਾ, ਕਿਉਂਕਿ ਇੰਨਾ ਇਹ ਲੋਕੀ, ਚਲੋ ਇਹ ਗੱਡੀ ਆਈ ਇਹ ਲੰਘ ਜਾਵੇ ਤੇ ਹੁਣ ਜੇ ਕੈਂਪ ਇੰਨੇ 3 ਲੱਖ ਬੰਦੇ ਸਨ ਉੱਥੇ, 3 ਲੱਖ ਦੀ ਵੀ ਫਿਰ ਗੱਡੀਆਂ ਬਾਅਦ ਚ ਵੀ ਆਉਣਗੀਆਂ, ਕੀ ਪਤਾ ਹੈ ਗੱਡੀ ਸਿਰੇ ਪਹੁੰਚੇ ਨਾ ਪਹੁੰਚੇ। ਉਹ ਫਿਰ ਗੱਡੀ ਸ਼ੇਖੂਪੁਰੇ ਤੋਂ ਅੱਗੇ ਨਹੀਂ ਗਈ। ਅੱਛਾ, ਨਹੀਂ ਸੀ ਗਈ। ਹਾਂ, ਸ਼ੇਖੂਪੁਰੇ ਹੀ ਰੋਕ ਕੇ ਤੇ ਉੱਤੇ ਹਮਲੇ ਹੋ ਗਏ, ਲੋਕੀ ਕਈ ਮਾਰੇ ਗਏ, ਥੱਲੇ ਨਹੀਂ ਉਤਰ ਦਿੱਤਾ ਨਾ ਉਹਨਾਂ ਕੋਲ ਪਾਣੀ। ਅਗਸਤ ਦਾ ਮਹੀਨਾ ਸੀਗਾ ਤੇ ਉਹਨਾਂ ਲੋਕਾਂ 'ਚ ਫਿਰ ਹੈਜ਼ਾ ਫੈਲ ਹੋ ਗਿਆ, ਕਿਉਂਕਿ ਜਿਹੜਾ 72 ਘੰਟੇ ਉੱਥੇ ਰਹੇ ਉਹਦੇ ਨਾਲ ਉਹਨਾਂ ਦੀ ਬੜਾ ਸਿਹਤ ਖਰਾਬ ਹੋਈ। ਫਿਰ ਗੱਡੀ ਵਾਪਸ ਆ ਗਈ। ਅੱਛਾ, ਵਾਪਸ ਆਪਣਾ ਸੱਚੇ ਸੌਦੇ। ਜਦੋਂ ਗੱਡੀ ਵਾਪਸ ਆਏ ਤੇ ਕਈ ਲੋਕ ਇਹੋ ਜਿਹੇ ਘਬਰਾ ਕੇ ਉਹਨਾਂ ਛਾਲਾਂ ਮਾਰਨੀ ਸ਼ੁਰੂ ਕਰ ਦਿੱਤੀਆਂ। ਉਹਨਾਂ ਡਰਸ ਵੀ ਹੁਣ ਗੱਡੀ ਸ਼ੇਖੂਪੁਰ ਤੋਂ ਵਾਪਸ ਸੱਚੇ ਸੌਦੇ ਆ ਗਈ ਤੇ ਕਿਤੇ ਅਗਲੇ ਪਾਸੇ ਨਾ ਚਲੀ ਜਾਵੇ, ਤੇ ਉਹਨਾਂ ਛਾਲਾਂ ਮਾਰਨੀ ਸ਼ੁਰੂ ਕਰ ਦਿੱਤੀਆਂ। ਤੇ ਜਿਹੜੇ ਉਹ ਬੰਦੇ ਗੱਡੀ ਤੋਂ ਉਤਰੇ ਕੈਂਪ ਵਿੱਚ ਆਏ, ਉਹਨਾਂ ਨੇ ਫਿਰ ਸਾਰੇ ਕੈਂਪ ਵਿੱਚ ਹੈਜ਼ਾ ਫੈਲ ਗਿਆ। ਉਹ ਜਿਹੜਾ ਹੈਜ਼ਾ ਸੀ ਉਹ ਇਹੋ ਜਿਹਾ ਸੀ, ਲਫ਼ਜ਼ ਜਿਹੜਾ ਮੇਰੇ ਮਨ ਚ ਆਉਂਦਾ ਜਦੋਂ ਲੋਕੀ ਉਸ ਲਫ਼ਜ਼ ਵਰਤਦੇ ਰਹੇ ਨੇ, ਉਹਨੂੰ ਕਹਿੰਦੇ ਡਾਕੀ। ਡਾਕੀ ਦੀ ਬਿਮਾਰੀ ਹੋਈ ਸੀ। ਹਾਂ, ਡਾਕੀ ਉਹ ਹੈ ਜਿਹਦੇ ਚ ਜੋ ਤੁਹਾਨੂੰ ਪਹਿਲਾ ਅਸਰ ਹੁੰਦਾ 5-6 ਘੰਟਿਆਂ ਚ ਤੁਹਾਡਾ ਜਿਹੜਾ ਬਾਡੀ ਹੈ ਉਹ ਚ ਸਾਰੀ ਫਲੂਇਡ ਚਲੀ ਜਾਂਦੀ ਹੈ, ਟੱਟੀਆਂ ਨਾਲ ਉਲਟੀਆਂ ਕਰਕੇ ਤੇ ਤੁਸੀਂ ਫਿਨਿਸ਼ ਹੋ ਗਏ। ਤੇ ਮੇਰਾ ਇੱਕ ਕਜ਼ਨ ਸੀ, ਮੇਰੇ ਚਾਚੇ ਦਾ ਪੁੱਤਰ ਸੁਰੈਨ ਸਿੰਘ, ਉਹ ਰੈਸਲਰ ਸੀਗਾ, ਬੜਾ ਅੱਛਾ ਬਾਡੀ ਸੀ। ਉਹਨੂੰ ਹੈਜ਼ਾ ਹੋਇਆ ਤੇ 5-6 ਘੰਟੇ ਖਤਮ ਹੋ ਗਿਆ। ਨਾ ਉੱਥੇ ਕੋਈ ਡਾਕਟਰ ਸਨ, ਕੁਛ ਨਹੀਂ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਅਟੈਕ ਹੋ ਗਿਆ। ਅੱਛਾ, ਜੇ ਮੈਨੂੰ ਅਟੈਕ ਹੋਇਆ ਤੇ ਹਫੜਾ ਦਫੜੀ ਪੈ ਗਈ ਸਾਰੇ ਘਰ ਚ। ਤੇ ਫਿਰ ਕਹਿੰਦੇ ਕੋਈ ਹਕੀਮ ਲੱਭੋ। ਇੱਕ ਹਕੀਮ ਲੱਭ ਗਿਆ, ਕੋਈ ਦੇਸੀ ਹਕੀਮ। ਉਹ ਆਇਆ ਤੇ ਉਹ ਕਹਿਣ ਲੱਗਾ ਕਿਸ ਕੋ ਗੰਢੇ ਲਿਆਓ, ਗੰਢੇ ਲਿਆਓ, ਕੋਈ ਫੀਮ ਹੈ ਕਿਸੇ ਕੋਲ। ਹੁਣ ਫੀਮ ਕਿਸੇ ਨੂੰ ਲੱਭ ਕੇ ਲੈ ਆਂਦੀ। ਉਹਨੇ ਗੰਢੇ ਦੇ ਪਾਣੀ ਨਿਚੋੜ ਕੇ ਤੇ ਵਿੱਚ ਫੀਮ ਘੋਲ ਕੇ ਉਹ ਮੈਨੂੰ ਪਿਆ ਦਿੱਤੀ। ਉਹਦੇ ਨਾਲ ਮੈਨੂੰ ਨੀਂਦ ਆ ਗਈ, ਮੈਂ ਸੌਂ ਗਿਆ। ਸੌਣ ਤੋਂ ਬਾਅਦ 4-5 ਘੰਟੇ ਮੈਂ ਸੁੱਤਾ ਰਿਹਾ। ਜਦੋਂ ਮੈਂ ਉੱਠਿਆ ਬਿਲਕੁਲ ਠੀਕ ਸਾਂ। ਉਹ ਜਿਹੜਾ ਹੈਜ਼ਾ ਹੈ, ਹੈਜ਼ੇ ਨਾਲ ਜਿਹੜੀਆਂ ਨਾੜਾਂ ਨੇ ਉਹਨਾਂ ਵਿੱਚ ਸਪੈਜ਼ਮ ਹੋ ਜਾਂਦਾ। ਸਪੈਜ਼ਮ ਨਾਲ ਤੁਹਾਡੇ ਬਾਡੀ ਵਿੱਚੋਂ ਜਿਹੜੀ ਫਲੂਇਡ ਹੈ, ਪਾਣੀ ਹੈ, ਉਹ ਨਿਕਲ ਜਾਂਦਾ। ਜਦੋਂ ਡੀਹਾਈਡਰੇਸ਼ਨ ਹੋ ਗਿਆ ਤੁਸੀਂ ਮਰ ਗਏ। ਉਹ ਫਿਰ ਜਿਹੜੀ ਉਹ ਫੀਮ ਨਾ ਦਿੱਤੀ ਨਾ, ਉਹਦੇ ਨਾਲ ਮੇਰਾ ਜਿਹੜਾ ਸਟਮਕ ਸੀਗਾ ਉਹ ਕਾਮ ਹੋ ਗਿਆ, ਠੀਕ ਹੈ ਨਾ, ਸੈੱਟ ਹੋ ਗਿਆ। ਤੇ ਫਿਰ ਮੈਨੂੰ ਨੇ ਟੱਟੀਆਂ ਵੀ ਬੰਦ ਹੋ ਗਈਆਂ, ਹੋਰ ਵੀ ਸਭ ਕੁਝ। ਤੇ ਉਹਦੇ ਨਾਲ ਮੈਂ ਬਚ ਗਿਆ। ਤੇ ਮੈਂ ਆਪਣੀ ਵਾਈਫ ਨੂੰ ਕਿਹਾ, ਮੈਂ ਕਿਹਾ ਗੰਢਾ ਤੇ ਇੱਕ ਫੀਮ, ਮੈਂ ਕਿਹਾ ਇੱਥੇ ਏਡੇ ਵੱਡੇ ਵੱਡੇ ਡਾਕਟਰ ਨੇ, ਇੰਨੀਆਂ ਦਵਾਈਆਂ ਨੇ, ਗੰਢਾ ਤੇ ਫੀਮ ਨੇ ਮੇਰੀ ਜ਼ਿੰਦਗੀ ਬਚਾਈ ਹੈ। ਗੁਰੂ ਸਾਹਿਬ ਇਹਨਾਂ ਤਾਲੀਮ ਨਹੀਂ ਸੀ, ਹਾਂਜੀ, ਇਹਨਾਂ ਤਾਲੀਮ ਨਹੀਂ ਸੀ, ਇਨਸਾਨੀਅਤ ਦੀ ਇੰਨੀ ਕਦਰ ਨਹੀਂ ਸੀ। ਸ਼ਾਜੀ ਅਰਦੇ ਕਿ ਸ਼ਾਉਰ ਹੈ ਜਾਂ ਉਸ ਟਾਈਮ ਬੜੇ ਕਾਬਲ ਹਕੀਮ ਹੁੰਦੇ ਸਨ। ਇਨਸਾਨੀਅਤ ਜਿਹੜੀ ਹੈ ਅਸਲ ਉਹ ਮਜ਼ਹਬ ਹੈ। ਬਿਲਕੁਲ ਜਿਹੜਾ ਇਨਸਾਨ ਇਨਸਾਨੀਅਤ ਦੀ ਕਦਰ ਨਹੀਂ ਕਰਦਾ, ਉਹਦਾ ਕੋਈ ਮਜ਼ਹਬ। ਠੀਕ ਹੈ। ਅੱਛਾ, ਫਿਰ ਤੁਸੀਂ ਕਿੰਨੇ ਦਿਨਾਂ ਬਾਅਦ ਫਿਰ ਟ੍ਰੇਨ ਆਈ ਦੁਬਾਰਾ? ਉਸੇ ਬਾਅਦ ਟ੍ਰੇਨ, ਮੈਨੂੰ ਇਹ ਨਹੀਂ ਯਾਦ, ਉਸ ਤੋਂ ਬਾਅਦ ਇਹ ਸੀ ਵੀ ਅਸੀਂ ਤੇ ਉਹ ਸਟੇਸ਼ਨ ਛੱਡ ਕੇ ਸਾਡੇ ਫਾਦਰ ਨੇ ਕਿਹਾ ਵੀ ਅਸੀਂ ਵਾਪਸ ਕੈਂਪ ਦੇ ਕੋਲ ਸੱਚੇ ਸੌਦੇ ਗੁਰਦੁਆਰੇ ਦੇ ਕੋਲ ਅਸੀਂ ਆ ਗਏ। ਉਹਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਨਹੀਂ ਜਾਣਾ, ਚਲੋ ਕੈਂਪ ਖਾਲੀ ਹੋ ਜਾਣ ਦਿਓ। ਤੇ ਜਿਹੜੀ ਸਾਡੀ ਫੈਮਿਲੀ ਹੈ ਤੇ ਅਖੀਰ ਤੇ ਅਸੀਂ ਗਏ। ਫਿਰ ਤਾਂ ਹੀ ਅਸੀਂ ਸਾਲ ਰਹੇ ਨਾ ਉੱਥੇ। ਫਿਰ ਅਖੀਰ ਤੇ ਫਿਰ ਟਰੱਕ ਆਉਣੇ ਸ਼ੁਰੂ ਹੋ ਗਏ। ਸੋ ਜਿਹੜੇ ਟਰੱਕ ਨੇ ਸਾਨੂੰ ਫਿਰ ਅੰਮ੍ਰਿਤਸਰ ਬਾਰਡਰ ਕ੍ਰਾਸ ਕਰਕੇ, ਅੰਮ੍ਰਿਤਸਰ ਉਹਨਾਂ ਨੇ ਅੱਗੋਂ ਕੈਂਪ ਬਣਾਇਆ ਹੋਇਆ ਸੀ, ਉੱਥੇ ਮੇਰੇ ਮਾਮੇ ਆ ਗਏ। ਉਹ ਮਾਮੇ ਮੇਰੇ ਅੰਮ੍ਰਿਤਸਰ ਜ਼ਿਲ੍ਹੇ ਚ ਸੀ, ਮੇਰੀ ਮਦਰ ਤਰਨਤਾਰਨ ਦੇ ਕੋਲ ਛੋਟਾ ਜਿਹਾ ਪਿੰਡ ਹੈ। ਉਹ ਹਮੇਸ਼ਾ ਉਹਨਾਂ ਨੇ ਆਉਣਾ, ਹਰ ਰੋਜ਼ ਆਉਣਾ, ਪੁੱਛਣ ਵਾਸਤੇ ਵੀ ਸਾਡੀ ਫੈਮਿਲੀ ਆਈ ਕਿ ਨਹੀਂ। ਉਹਦੇ ਨੂੰ ਪਤਾ ਲੱਗਾ ਵੀ ਅਸੀਂ ਆ ਗਏ। ਅਸੀਂ ਫਿਰ ਇੱਕ ਦਿਨ ਹੀ ਕੈਂਪ ਚ ਰਹੇ ਹਾਂ। ਫਿਰ ਅਸੀਂ ਚਲੇ ਗਏ ਉਹਨਾਂ ਦੇ ਪਿੰਡ ਬਾਗੜੀਆਂ। ਤੇ ਪਹਿਲੀ ਗੱਲ ਮੇਰੇ ਫਾਦਰ ਨੇ ਕਹੀ ਵੀ ਲੱਭੀਏ ਸਕੂਲ ਇਹਨਾਂ ਵਾਸਤੇ। ਸੋ ਤਰਨਤਾਰਨ ਸਕੂਲ ਸੀ, ਹਾਈ ਸਕੂਲ ਗੁਰੂ ਅਰਜਨ ਦੇਵ ਖਾਲਸਾ ਸਕੂਲ ਤਰਨਤਾਰਨ। ਉੱਥੇ ਫਿਰ ਮੈਂ 6ਵੀਂ ਜਮਾਤ ਪੜ੍ਹਨਾ ਸ਼ੁਰੂ ਕਰ ਦਿੱਤਾ। ਉੱਥੋਂ ਹੀ ਫਿਰ ਮੈਂ 10ਵੀਂ ਕੀਤੀ ਆ। ਤੇ ਉਦੋਂ ਅਸੀਂ ਆਪਣੇ ਨਾਨਕੇ ਕੋਲ ਰਹੇ ਹਾਂ। ਸਾਨੂੰ ਪਤਾ ਨਹੀਂ ਵੀ ਜ਼ਮੀਨ ਕਿੱਥੇ ਮਿਲੇ ਜਾਂ ਕੀ। ਸੋ ਮੇਰੇ ਫਾਦਰ ਕਰਨਾਲ ਵੱਲ ਘੁੰਮਣ ਗਏ ਵੀ ਪਤਾ ਕਰੀਏ। ਉਹਨਾਂ ਨੇ ਕਲੇਮ ਵਗੈਰਾ ਫਾਈਲ ਕੀਤਾ, ਜਿਸ ਤਰ੍ਹਾਂ ਤੁਸੀਂ ਸਾਰਿਆਂ ਨੇ ਕੀਤਾ ਇੱਧਰ ਆ ਕੇ, ਠੀਕ ਹੈ ਨਾ। ਉਹ ਫਿਰ ਸਾਨੂੰ ਜ਼ਮੀਨ ਮਿਲ ਗਈ ਰਾਜਪੁਰੇ ਦੇ ਕੋਲ। ਹਾਂ, ਫਿਰ ਅਸੀਂ 48 ਦਸੰਬਰ ਤੋਂ 51 3 ਸਾਲ ਅਸੀਂ ਨਾਨਕਾ ਕੋਲ ਰਹੇ ਹਾਂ।
ਫਿਰ 51 ਦੇ ਐਂਡ ਉੱਤੇ ਉੱਥੇ ਨਸਲਜੀਆਬਾਦ ਜਿਹੜਾ ਸਾਡਾ ਪਿੰਡ ਹੈ ਨਾ ਉਹਦੇ ਚ ਜਾਂ ਅਸੀਂ ਸਾਂ ਕੋਈ 3-4 ਵਿਰਕਾਂ ਦੀਆਂ ਫੈਮਲੀਆਂ ਸਨ, ਕੁਛ ਸਿੱਧੂ ਸਨ, ਸਿੱਧੂ ਤੇ ਇੱਕ ਗੁਰਾਏ ਸਨ ਤੇ ਬਾਕੀ ਸਾਰੇ ਰਾਜਪੂਤ ਸਨ। ਅੱਛਾ ਰਾਜਪੁਰੇ ਮੇਰੀ ਫੈਮਿਲੀ ਤੇ ਸ਼ਿਫਟ ਹੋ ਗਈ ਸੀ 51 ਵਿੱਚ, ਮੈਂ ਉਦੋਂ 9ਵੀਂ ਜਮਾਤ ਸਾਂ ਤੇ ਮੈਂ ਫਿਰ ਤਰਨਤਾਰਨ ਰਿਹਾ ਆਪਣੇ ਨਾਨਕਿਆਂ ਕੋਲ। ਉੱਥੋਂ ਫਿਰ ਮੈਂ 52 ਵਿੱਚ 10ਵੀਂ ਜਮਾਤ ਕਰ ਲਈ। 10ਵੀਂ ਜਮਾਤ ਕਰਨ ਤੇ ਫਿਰ ਮੈਂ ਉੱਥੇ ਗਿਆ ਰਾਜਪੁਰੇ ਤੇ ਪਟਿਆਲਾ ਉੱਥੋਂ 16 ਮੀਲ ਹੈ ਤੇ ਫਿਰ ਮੈਂ ਪਟਿਆਲੇ ਕਾਲਜ ਵਿੱਚ ਦਾਖਲ ਹੋਇਆ ਤੇ ਉੱਥੇ ਫਿਰ ਮੈਂ 4 ਸਾਲ ਲਾ ਕੇ BA ਕੀਤੀ ਹੈ, ਮੈਥਮੈਟਿਕਸ, ਫਿਜ਼ਿਕਸ ਐਂਡ ਇੰਗਲਿਸ਼। ਤੇ ਉਹ BA ਕਰਕੇ ਫਿਰ ਮੈਂ ਉਦੋਂ ਮੈਂ ਫੈਸਲਾ ਕਰ ਲਿਆ ਕਿ ਮੈਂ ਇੰਜੀਨੀਅਰਿੰਗ ਕਾਲਜ ਵਿੱਚ ਜਾਣਾ, ਪਰ ਐਡਮਿਸ਼ਨ ਉਹ ਮੈਂ 1 ਸਾਲ ਲੇਟ ਹੋ ਗਿਆ। ਫਿਰ ਮੈਂ ਉਹ 1 ਸਾਲ 1957 ਤੋਂ ਲੈ ਕੇ 58 ਮਾਰਚ ਤੱਕ ਫਿਰ ਮੈਂ ਇੱਕ ਹਾਈ ਸਕੂਲ 'ਚ ਪੜ੍ਹਾਇਆ ਇੰਗਲਿਸ਼ ਤੇ ਮੈਥਮੈਟਿਕਸ। ਤੇ ਉਹ 1 ਸਾਲ ਦੇ ਦੌਰਾਨ 'ਚ ਫਿਰ ਮੈਂ ਤਿਆਰੀ ਕੀਤੀ ਕੰਪੀਟੀਸ਼ਨ ਦੀ IIT ਖੜਗਪੁਰ ਹੋਣ ਦੀ ਤੇ ਉਹਦੇ 'ਚ ਫਿਰ ਮੈਨੂੰ ਐਡਮਿਸ਼ਨ ਮਿਲ ਗਿਆ। ਬੜਾ ਕੰਪੀਟੀਸ਼ਨ ਸੀ, ਸਾਰੇ ਸਮਝੋ ਕਿ ਇੰਡੀਆ ਵਿੱਚੋਂ ਇੱਕੋ ਇੰਸਟੀਚਿਊਟ ਸੀ ਤੇ ਉਸ ਸਾਲ ਤਕਰੀਬਨ 35,000 ਬੱਚਿਆਂ ਨੇ ਉਹ ਐਗਜ਼ਾਮ ਦਿੱਤਾ ਹੈਗਾ। ਸੀਟਾਂ ਸਾਰੀਆਂ 407 ਸਨ। 407 ਵਿੱਚ 100 ਇਲੈਕਟ੍ਰੀਕਲ, 100 ਮਕੈਨੀਕਲ, 100 ਸਿਵਲ। ਤੇ ਜਿਹੜਾ ਮੇਰਾ ਫੀਲਡ ਸੀ ਮੈਂ ਚੁਣਿਆ ਨੇਵਲ ਆਰਕੀਟੈਕਚਰ, ਓਨਲੀ 12 ਸੀਟਸ। ਤੇ ਖੁਸ਼ਕਿਸਮਤੀ ਨਾਲ ਮੈਂ ਪਾਸ ਕਰ ਗਿਆ ਤੇ ਮੈਨੂੰ ਮੌਕਾ ਮਿਲ ਗਿਆ ਤੇ ਫਿਰ ਇੰਟਰਵਿਊ ਹੋਇਆ, ਉਹ 'ਚ ਮੈਂ ਪਾਸ ਹੋ ਗਿਆ ਤੇ ਫਿਰ 1958 ਵਿੱਚ ਮੈਂ ਉੱਥੇ ਗਿਆ ਤੇ 5 ਸਾਲ ਦਾ ਕੋਰਸ ਸੀ। 63 ਵਿੱਚ ਮੈਂ ਗ੍ਰੈਜੂਏਟ ਕੀਤਾ ਐਟ ਦਾ ਟਾਪ ਆਫ ਦਾ ਕਲਾਸ, ਨੰਬਰ 1 ਰੈਂਕ। ਉੱਥੇ ਸਾਡੀ ਡਿਪਾਰਟਮੈਂਟ 'ਚ ਨੇਵਲ ਆਰਕੀਟੈਕਚਰ ਉਹਦਾ ਆਨਰ ਬੋਰਡ ਲੱਗਾ ਹੋਇਆ ਤੇ ਮੈਂ 1963 'ਚ ਕੀਤਾ ਨਾ ਤੇ 2013 ਵਿੱਚ 50 ਸਾਲ ਹੋ ਗਏ ਨਾ, ਮੈਂ ਦੁਬਾਰਾ ਗਿਆ ਉਸ ਕਾਲਜ 'ਚ। ਮੈਂ ਵਾਈਫ ਨੂੰ ਨਾਲ ਲੈ ਗਿਆ, ਉਹਨਾਂ ਨੂੰ ਲੈ ਗਿਆ। ਮੈਂ ਕਿਹਾ ਦੇਖੋ ਜਿਹੜਾ ਬੋਰਡ ਹੈ, ਆਨਰ ਬੋਰਡ ਹੈ 1963 'ਚ ਕਿਹਦਾ ਨਾਂ ਹੈ? GS ਵਿਰਕ। ਮੈਂ ਕਿਹਾ ਮੇਰਾ ਐਕੈਡੈਮਿਕਲੀ ਆਈ ਵਾਸ ਨੰਬਰ 1। ਔਰ ਮੈਂ ਪੰਜਾਬ 'ਚ ਗਿਆ, ਮੈਂ ਕਿ ਜਹਾਜ਼ ਵੇਖਿਆ ਵੀ ਨਹੀਂ ਸੀਗਾ। ਮੈਂ ਸਾਰਿਆਂ ਨੂੰ ਬੀਟ ਅਪ ਕੀਤਾ ਹੈਗਾ ਸਾਰਿਆਂ ਨੂੰ। ਤੇ ਉਸ ਤੋਂ ਬਾਅਦ ਫਿਰ ਮੈਂ ਕਲਕੱਤੇ ਮੇਰੀ ਪੋਜੀਸ਼ਨ ਹੋ ਗਈ ਗਜ਼ਟਡ ਕਲਾਸ 1 ਮਿਨਿਸਟਰੀ ਆਫ ਡਿਫੈਂਸ। 3 ਸਾਲ ਕੰਮ ਕੀਤਾ। ਉਹਦੇ ਦੌਰਾਨ 'ਚ ਫਿਰ ਫੈਸਲਾ ਕਰ ਲਿਆ ਕਿ ਮੈਂ ਅਮਰੀਕਾ ਜਾਣਾ ਪੜ੍ਹਨ ਵਾਸਤੇ। 1966 ਵਿੱਚ ਮੈਂ ਫਿਰ ਉੱਥੋਂ ਮੈਨੂੰ ਉਹਨਾਂ ਨੂੰ 5 ਸਾਲ ਦੀ ਛੁੱਟੀ ਦੇ ਦਿੱਤੀ ਕਿਉਂਕਿ ਮੈਂ ਚਾਹੁੰਦਾ ਸੀ ਵੀ ਮੇਰੀ ਜਾਬ ਰਵੇ, ਕਿਉਂਕਿ ਮੈਂ ਡਿਗਰੀ ਕਰਕੇ ਵਾਪਸ ਆਉਣਾ ਹੈਗਾ। 5 ਸਾਲ ਦੀ ਛੁੱਟੀ ਦੇ ਕੇ ਫਿਰ ਮੈਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਉੱਥੇ ਪੜ੍ਹਨ ਵਾਸਤੇ ਗਿਆ। ਤੇ ਡਿਗਰੀਆਂ ਕਰਨ ਤੋਂ ਬਾਅਦ ਮੈਂ ਉੱਥੇ ਮੈਨੂੰ ਨੌਕਰੀ ਮਿਲ ਗਈ। ਫਿਰ ਮੈਂ ਦੇਖਿਆ ਵੀ ਇੱਥੇ ਮਾਹੌਲ ਇਹੋ ਜਿਹਾ ਜਿਹੜੀਆਂ ਇੱਥੇ ਅਪਰਚੁਨਿਟੀ ਨੇ ਪ੍ਰੋਫੈਸ਼ਨਲ ਇੰਡੀਆ 'ਚ ਕਦੇ ਨਹੀਂ ਮਿਲ ਸਕਦੀਆਂ। ਸ਼ਾਦੀ ਵੀ ਉੱਥੇ ਯੂਨੀਵਰਸਿਟੀ ਦੇ ਪੜ੍ਹਾਈ ਦੇ ਦੌਰਾਨ? ਆਹੋ। ਤੇ ਇੱਕ ਹੋਰ ਚੀਜ਼ ਇਹ ਹੋ ਗਈ ਵੀ ਮੈਨੂੰ ਉੱਥੇ ਆਪਣੀ ਕੁੜੀ ਮਿਲ ਗਈ ਅਮਰੀਕਨ, ਪੜ੍ਹੀ ਲਿਖੀ, ਉਹਨੇ PhD ਕੀਤੀ ਸੀ ਤੇ ਸਾਡਾ ਪਿਆਰ ਹੋ ਗਿਆ। ਤੇ ਉਹ ਮੈਨੂੰ ਕਹਿਣ ਲੱਗੀ ਤੂੰ ਹੁਣ ਇੰਡੀਆ ਕਿਉਂ ਜਾਣਾ? ਪੱਕਾ ਦਿਲ ਲੱਗ ਗਿਆ। ਤੇ ਮੈਂ ਇਹ ਸੋਚਿਆ ਵੀ ਮੈਂ ਤੇ ਅਮਰੀਕਾ 'ਚ ਐਡਜਸਟ ਕਰ ਸਕਦਾ, ਇਹਨੂੰ ਇੰਡੀਆ ਲਾ ਜਾਣਾ ਤੇ ਕੀ ਲੋੜ? ਇਹਨੂੰ ਬੜੀ ਮੁਸ਼ਕਿਲ ਹੋਊਗੀ। ਮੈਂ ਕਿਹਾ ਇਹ ਮੈਂ ਜ਼ੁਲਮ ਨਹੀਂ ਕਰਨਾ ਚਾਹੁੰਦਾ। ਤੇ ਮੈਂ ਤੁਹਾਨੂੰ ਫੋਟੋ ਦਿਖਾਵਾਂ ਮੇਰੀ ਮੈਰਿਜ। ਠੀਕ ਹੈ। ਔਰ ਮੈਨੂੰ ਕਈਆਂ ਦੋਸਤਾਂ ਨੇ ਕਿਹਾ ਵੀ ਜਿਹੜੀ ਅਮਰੀਕਨ ਕੁੜੀ ਨੂੰ ਵਿਆਹ ਕਰਨਾ, ਤੇਰੀ ਇਹ ਆਪਣਾ 4-5 ਸਾਲ ਤੋਂ ਵੱਧ ਮੈਰਿਜ ਨਹੀਂ ਕਰਨੀ। 1 ਸਤੰਬਰ ਹੁਣ ਲੰਘਿਆ ਕਿ ਨਹੀਂ, ਉਸ ਦਿਨ ਅਸੀਂ ਆਪਣੀ 50 ਸਾਲਾ ਅਸੀਂ ਮੈਰਿਜ ਦੀ ਪਾਰਟੀ ਕੀਤੀ ਹੈ, ਸਾਲਗਿਰਹ ਕੀਤੀ। ਫੋਟੋ ਇਹ ਵਿਆਹ ਤੋਂ 2 ਸਾਲ ਦੀ ਪਹਿਲਾਂ ਦੀ ਹੈ। ਅੱਛਾ ਮਾਸ਼ਾਅੱਲਾ ਜੀ। ਇਹ ਦਿਖਾਣਾ ਤੇ ਮੈਂ ਤੁਹਾਨੂੰ ਵਿਆਹ ਦੀ ਫੋਟੋ ਦਿਖਾਣਾ। ਇਹ ਜੀ ਸ਼ਾਦੀ ਤੋਂ ਪਹਿਲਾਂ ਦੀ। ਇਹ ਸ਼ਾਦੀ ਤੋਂ 1 ਸਾਲ ਦੀ ਪਹਿਲਾਂ ਦੀ ਹੈ। ਮਾਸ਼ਾਅੱਲਾ ਜੀ, ਤੁਹਾਡੀ ਸਟੋਰੀ ਬੜੀ ਜ਼ਬਰਦਸਤ ਹੈ। ਤੁਸੀਂ ਬੜੀ ਸਟਰਗਲ ਵੀ ਕੀਤੀ, ਸ਼ਾਦੀ ਵੀ ਉੱਥੇ ਹੋ ਗਈ ਤੁਹਾਡੀ ਤੇ ਬੱਚੇ ਮਾਸ਼ਾਅੱਲਾ ਹੁਣ ਆਪਣੇ ਕਿੰਨੇ? ਇੱਕ ਲੜਕਾ ਤੇ ਇੱਕ ਲੜਕੀ ਹੈ। ਅੱਛਾ। ਉਹ ਅਮਰੀਕਾ 'ਚ ਰਹਿੰਦੇ ਨੇ? ਅਮਰੀਕਾ 'ਚ ਰਹਿੰਦੇ ਨੇ ਤੇ ਇੰਡੀਆ ਆਉਂਦੇ ਰਹਿੰਦੇ ਨੇ? ਆਉਂਦੇ ਨੇ ਮਿਲਦੇ ਨੇ। ਉਹਨਾਂ ਨੇ ਵੀ ਗੁਰਸਿੱਖੀ ਅਪਣਾਈ? ਹਾਂ, ਮੇਰੇ ਪੁੱਤਰ ਨੇ ਵੀ
ਵਾਹ ਪੱਗ ਵਾਲ ਰੱਖੀ ਆ, ਦਾੜੀ ਰੱਖੀ, ਇੱਕ ਵਾਲ ਨਹੀਂ ਕੱਟਿਆ। ਵਾਹ ਜੀ ਵਾਹ। ਦੇਖ ਲਓ ਜੀ, ਇਹ ਸ਼ੁਰੂ ਤੋਂ ਪਟਾਉਂਦੇ ਹੀ ਨਹੀਂ। ਸਿੱਖ ਲੀਡਰ ਦੇ ਪਿੰਡੋਂ ਗਏ ਨੇ ਤੇ ਫਿਰ ਮਾੜੀ ਗੱਲ ਹੈ ਨਾ ਕਿ ਕੋਈ ਘਟਾਵੇ। ਹਾਂ। ਤੇ ਇੱਥੇ ਆ ਕੇ ਤੁਹਾਨੂੰ ਕਿਦਾਂ ਦਾ ਲੱਗਿਆ? ਆਪਣਾ ਅੱਜ ਘਰ ਵੀ ਵੇਖ ਲਿਆ, ਆਪਣਾ ਸਕੂਲ ਵੀ ਵੇਖ ਲਿਆ, ਸਾਰੀ ਯਾਦਾਂ ਤੁਸੀਂ ਇਹ ਤੇ ਬੜਾ ਜਜ਼ਬਾਤੀ ਤਜਰਬਾ ਹੋਇਆ ਨਾ। ਜਿਹੜਾ ਜਜ਼ਬਾਤੀ ਤਜਰਬਾ ਹੈ ਉਹ ਲਫ਼ਜ਼ਾਂ 'ਚ ਬਿਆਨ ਕਰਨਾ ਬੜਾ ਮੁਸ਼ਕਲ ਹੈ। ਮੈਂ ਭਾਵੇਂ ਕਿੰਨੇ ਲਫ਼ਜ਼ ਵਰਤਾਂ, ਜੋ ਮੇਰੇ ਮਨ ਅੰਦਰ ਇਸ ਵਕਤ ਹੋ ਰਿਹਾ ਉਹ ਬਿਆਨ ਕਰਨਾ ਬੜਾ ਮੁਸ਼ਕਲ ਹੈ। ਇੰਨੀ ਗੱਲ ਮੈਂ ਕਹਾਂਗਾ ਵੀ ਮੈਨੂੰ ਜ਼ਿੰਦਗੀ 'ਚ ਇੰਨਾ ਪਿਆਰ ਨਹੀਂ ਮਿਲਿਆ ਜਿੰਨਾ ਇੱਥੇ 2 ਦਿਨ 'ਚ। ਇਹ ਜਿਹੜਾ ਐਕਸਪੀਰੀਅੰਸ ਹੈਗਾ, ਮੇਰੇ ਕਾਫੀ ਦੋਸਤਾਂ ਨੇ ਜਿਹੜੇ ਆਏ ਨੇ ਇੱਥੇ ਆਪਣੇ ਪਾਕਿਸਤਾਨ ਮਿਲਣ ਵਾਸਤੇ, ਪਰਮਜੀਤ ਵੀ ਸਾਰਿਆਂ ਨੇ ਮੈਨੂੰ ਦੱਸਿਆ ਵੀ ਲੋਕੀ ਬੜਾ ਪਿਆਰ ਕਰਦੇ ਨੇ, ਪਰ ਕੋਈ ਮੈਨੂੰ ਇਸ ਤਰ੍ਹਾਂ ਕਹਿ ਦੇਵੇ ਉਹ ਵੱਖਰੀ ਹੈ ਤੇ ਮੈਂ ਖੁਦ ਉਹਨੂੰ ਐਕਸਪੀਰੀਅੰਸ ਕਰਾਂ, ਉਹ ਟੋਟਲੀ ਵੱਖਰੀ ਹੈ। ਤੇ ਬਹੁਤ ਸਵਾਦ ਆਇਆ। ਬਸ ਇਹ ਸਾਡੀ ਇਹੀ ਖੁਆਇਸ਼ ਹੈ, ਤੁਸੀਂ ਅਗਲੀ ਦਫਾ ਆਪਣੀ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਆਓ ਤੇ ਇੱਥੇ ਰਹੋ, ਪਾਕਿਸਤਾਨ ਦਾ ਪੂਰੇ ਦਾ ਵਿਜ਼ਿਟ ਕਰੋ। ਤੇ ਬਾਕੀ ਜਿਹੜੇ ਦੋਸਤ ਵੇਖ ਰਹੇ ਨੇ ਉਹਨਾਂ ਵਾਸਤੇ ਕੋਈ ਪੈਗਾਮ, ਜਿਹੜੇ ਡਰਦੇ ਨਹੀਂ ਆਉਂਦੇ ਆਪਣਾ ਪਿੰਡ ਵੇਖਣ, ਉਹਨਾਂ ਦਾ ਦਿਲ ਵੀ ਕਰਦਾ ਹੁਣ ਆਪਣਾ ਪਿੰਡ ਵੇਖਣ ਨੂੰ, ਪਾਕਿਸਤਾਨ ਵੇਖਣ ਨੂੰ, ਉਹਨਾਂ ਵਾਸਤੇ ਕੋਈ ਪੈਗਾਮ ਦਿਓ। ਉਹਨਾਂ ਤੋਂ ਮੈਂ ਕਹਾਂਗਾ ਵੀ ਜੋ ਤੁਹਾਡਾ ਪਿਛੋਕੜ ਹੈ, ਜਿੱਥੋਂ ਤੁਸੀਂ ਗਏ ਹੋ, ਜੋ ਤੁਹਾਡੀਆਂ ਰੂਟਸ ਨੇ, ਉੱਥੇ ਵਾਪਸ ਆ ਕੇ ਆਪਣੀ ਜਿਹੜੀ ਤੁਹਾਡੀ ਯਾਦਾਸ਼ਤ ਹੈ ਉਸ ਨੂੰ ਦੁਬਾਰਾ ਰਿਫਰੈਸ਼ ਕਰਨਾ, ਉਹਦੇ ਵਿੱਚ ਡਰਨ ਦੀ ਕੋਈ ਲੋੜ ਨਹੀਂ ਹੈ। ਡਰਨ ਦਾ ਸਵਾਲ ਨਹੀਂ ਪੈਦਾ ਹੁੰਦਾ। ਉਹ ਮੈਂ ਤੈਨੂੰ ਕਹਾਂਗਾ ਕਿ ਪਾਕਿਸਤਾਨ ਵਿੱਚ ਇੱਥੇ ਆਓ, ਲੋਕੀ ਤੁਹਾਨੂੰ ਇੰਨਾ ਪਿਆਰ ਕਰਦੇ ਨੇ, ਇੰਨਾ ਤੁਸੀਂ ਮਹਿਸੂਸ ਕਰੋਗੇ ਵੀ ਅਸੀਂ ਜਿਸ ਤਰ੍ਹਾਂ ਆਪਣੇ ਘਰ ਪਹੁੰਚ ਗਏ ਦੁਬਾਰਾ। ਇਹੋ ਮੈਂ ਕਹਾਂਗਾ ਵੀ ਜਿਹਦਾ ਵੀ ਜੀ ਕਰਦਾ ਜੋ ਹੈ, ਇਸ ਤੋਂ ਪਹਿਲਾਂ ਤੁਸੀਂ ਇਸ ਧਰਤੀ ਤੋਂ ਸਤਿ ਸ੍ਰੀ ਅਕਾਲ ਕਹਿ ਕੇ ਤੇ ਸਮਾਨ ਨੂੰ ਪਹੁੰਚ ਜਾਓ, ਇੱਕ ਵਾਰ ਜ਼ਰੂਰ ਆਓ। ਮੈਂ ਤੁਹਾਡੇ ਸਾਹਮਣੇ ਮਿਸਾਲ ਹਾਂ, ਮੇਰੀ ਤਕਰੀਬਨ 49 ਸਾਲ ਦੀ ਉਮਰ ਹੈ ਤੇ ਮੈਂ 76 ਸਾਲ ਤੋਂ ਬਾਅਦ ਆਇਆ ਇੱਥੇ। ਤੇ ਮੈਂ ਸਾਰਿਆਂ ਨੂੰ ਕਹਾਂਗਾ ਇਹ ਮੌਕਾ ਤੁਸੀਂ ਜ਼ਾਇਆ ਨਾ ਕਰੋ। ਜਿੱਥੇ ਤੁਹਾਡੀਆਂ ਬੁਨਿਆਦ ਹੈ, ਜਿੱਥੋਂ ਤੁਸੀਂ ਚੱਲੇ ਹੋ, ਉੱਥੇ ਆ ਕੇ ਤੁਸੀਂ ਮਿਲੋ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਅਸੀਂ ਇੱਥੋਂ ਗਏ ਹਾਂ। ਤੇ ਇਹ ਜਿਸ ਤਰ੍ਹਾਂ ਕਿ ਆਪਣੇ ਘਰ ਬੰਦਾ ਜਾਂਦਾ ਹੈ, ਉਹ ਐਕਸਪੀਰੀਅੰਸ ਹੈ। ਬਹੁਤ ਸ਼ੁਕਰੀਆ ਜੀ।